ਡਾਕਟਰ ਨਰਿੰਦਰ ਕਪੂਰ ਦੀ ਘਟਨਾਵਾਂ 'ਤੇ ਆਧਾਰਿਤ ਪੁਸਤਕ ਹੈ ਖਿੜਕੀਆਂ। ਅਰਦਾਸ ਕਰਦਿਆਂ ਅਸੀਂ ਪਰਮਾਤਮਾ ਨੂੰ ਬੇਨਤੀ ਨਹੀਂ ਕਰਦੇ, ਉਹਨੂੰ ਸਮਝਾਉਣ ਲੱਗ ਪੈਂਦੇ ਹਾਂ। ਮੇਰੇ ਹੀ ਨਾਂ ਵਾਲਾ ਮੇਰਾ ਇੱਕ ਮਿੱਤਰ ਸੀ। ਅਸੀਂ ਦੋਵੇਂ BA ਦੇ ਵਿਦਿਆਰਥੀ ਸਾਂ। ਮੇਰੇ ਮਿੱਤਰ ਦੇ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਪ੍ਰੀਖਿਆ ਵਿੱਚ ਸਫਲਤਾ ਲਈ ਅਖੰਡ ਪਾਠ ਰਖਵਾਇਆ ਸੀ। ਜਦੋਂ ਭੋਗ ਉਪਰੰਤ ਅਰਦਾਸ ਹੋ ਰਹੀ ਸੀ ਤਾਂ ਮੈਂ ਵੀ ਉੱਥੇ ਹਾਜ਼ਰ ਸੀ। ਅਰਦਾਸ ਕਰਦਿਆਂ ਭਾਈ ਸਾਹਿਬ ਕਹਿ ਰਹੇ ਸਨ, ਹੇ ਵਾਹਿਗੁਰੂ, ਕਾਕਾ ਨਰਿੰਦਰ ਸਿੰਘ ਨੂੰ ਪ੍ਰੀਖਿਆ ਵਿੱਚ ਸਫਲਤਾ ਬਖਸ਼ਣੀ। ਕਲਮ ਉਹਦੇ ਹੱਥ 'ਚ ਹੋਏਗੀ, ਸਹੀ ਉੱਤਰ ਲਿਖਣ ਦੀ ਉਹਨੂੰ ਤੁਸੀਂ ਸੁਮੱਤ ਦੇਣੀ। ਪ੍ਰੀਖਿਆ ਦੌਰਾਨ ਨਰਿੰਦਰ ਸਿੰਘ ਦੇ ਅੰਗ ਸੰਗ ਸਹਾਈ ਹੋਣਾ ਤੇ ਨਰਿੰਦਰ ਸਿੰਘ ਦੇ ਸਿਰ 'ਤੇ ਆਪਣੀ ਮਿਹਰ ਦਾ ਹੱਥ ਰੱਖਣਾ। ਅਸੀਂ ਦੋਵੇਂ ਮਿੱਤਰ ਉਸ ਸਮੇਂ ਨਾਲ ਖਲੋਤੇ ਸਾਂ। ਮੇਰੇ ਮਿੱਤਰ ਦੇ ਪਿਤਾ ਨੂੰ ਪਤਾ ਨਹੀਂ ਕੀ ਸੁੱਝੀ। ਉਹਨੇ ਭਾਈ ਸਾਹਿਬ ਨੂੰ ਕਿਹਾ, ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਸਫਲਤਾ ਦੀ ਅਰਦਾਸ ਕਰੋ। ਧੰਨਵਾਦ। ਨੈਕਸਟ। ਜਦੋਂ ਕੋਈ ਵਿਅਕਤੀ ਕੋਈ ਪ੍ਰਾਪਤੀ ਕਰਦਾ ਤਾਂ ਉਹਦੇ ਸਕੂਲ ਕਾਲਜ ਦੇ ਸਾਰੇ ਅਧਿਆਪਕ ਉਹਨੂੰ ਆਪਣਾ ਵਿਦਿਆਰਥੀ ਦੱਸਣ ਦਾ ਮਾਣ ਕਰਦੇ ਹਨ ਤੇ ਸਾਰੇ ਰਿਸ਼ਤੇਦਾਰ ਉਹਨੂੰ ਆਪਣਾ ਮਾਮਾ ਜਾਂ ਜੀਜਾ ਦੱਸਣ ਲੱਗ ਪੈਂਦੇ ਹਨ। ਮੇਰੀ ਇੱਕ ਲਾਇਕ ਵਿਦਿਆਰਥਣ ਆਪਣੇ ਪਿਤਾ ਵੱਲੋਂ ਉਹਦੀ ਪੜ੍ਹਾਈ ਦੇ ਕੀਤੇ ਜਾ ਰਹੇ ਵਿਰੋਧ ਕਾਰਨ ਪਰੇਸ਼ਾਨ ਸੀ। ਪਿਤਾ ਉਹਦਾ ਯੂਨੀਵਰਸਿਟੀ ਪੜ੍ਹਨਾ ਪਸੰਦ ਨਹੀਂ ਸੀ ਕਰਦਾ ਤੇ ਭਾਂਤ ਦੇ ਵਿਘਨ ਪਾਉਂਦਾ ਰਹਿੰਦਾ ਸੀ। ਸ਼ਰਾਬ ਪੀਣ ਦੀ ਆਪਣੀ ਆਦਤ ਕਾਰਨ ਪਿਤਾ ਧੀ ਦੀ ਪੜ੍ਹਾਈ ਦਾ ਖਰਚ ਦੇਣ ਲਈ ਤਿਆਰ ਨਹੀਂ ਸੀ। ਲੜਕੀ ਪੜ੍ਹਾਈ ਕਰਕੇ ਆਪਣੇ ਪੈਰਾਂ 'ਤੇ ਆਪ ਖਲੋਣਾ ਚਾਹੁੰਦੀ ਸੀ ਤੇ ਅਗਲੇਰੀ ਪੜ੍ਹਾਈ ਲਈ ਤਾਂਘਵਾਨ ਸੀ, ਪਰ ਪਿਤਾ ਵਿਰੋਧ ਕਰ ਰਿਹਾ ਸੀ। ਲੜਕੀ ਨੇ ਆਪਣੇ ਅਧਿਆਪਕਾਂ ਨੂੰ ਆਪਣੀ ਸਮੱਸਿਆ ਦੱਸੀ। ਸਾਰਿਆਂ ਦੀ ਸਹਿਮਤੀ ਨਾਲ ਵਿਆਹ 'ਤੇ ਬਣਾਈ ਗਈ ਕਿ ਉਹ ਮਿਹਨਤ ਕਰਕੇ ਇੰਨੇ ਚੰਗੇ ਨੰਬਰ ਨਾਲ ਪਾਸ ਹੋਏ ਕਿ ਪਿਤਾ ਅਗਲੇਰੀ ਪੜ੍ਹਾਈ ਦਾ ਵਿਰੋਧ ਨਾ ਕਰ ਸਕੇ। ਅਧਿਆਪਕਾਂ ਦੇ ਸਹਿਯੋਗ ਨਾਲ ਉਹਦਾ ਮਨੋਬਲ ਵਧਿਆ ਤੇ ਉਹ ਧੁਨ ਦੀ ਇੰਨੀ ਪੱਕੀ ਹੋ ਗਈ ਕਿ ਉਹ ਅੱਵਲ ਆ ਗਈ। ਉਸ ਵੇਲੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਅਖਬਾਰ 'ਚ ਫੋਟੋ ਛਪਦੀ ਸੀ। ਇੱਕ ਦਿਨ ਉਹਦਾ ਪਿਤਾ ਆਪਣੀਆਂ ਅਤੇ ਧੀ ਦੀਆਂ ਫੋਟੋਆਂ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਬੇਟੀ ਦੀ ਫੋਟੋ ਦੇ ਨਾਲ ਪਿਤਾ ਦੀ ਫੋਟੋ ਤੇ ਉਹਦਾ ਨਾਮ ਵੀ ਛਪਣਾ ਚਾਹੀਦਾ ਹੈ। ਉਹ ਉਛਲ ਕੇ ਕਹਿ ਰਿਹਾ ਸੀ, ਮੈਂ ਆਪਣੀ ਧੀ ਨੂੰ ਦਿਨ ਰਾਤ ਬੜੀ ਮਿਹਨਤ ਕਰਵਾਈ ਹੈ, ਜਿਸ ਕਾਰਨ ਉਹ ਅੱਵਲ ਆਈ। ਧੰਨਵਾਦ। ਨੈਕਸਟ। ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਸਮੱਸਿਆ ਬਾਰੇ ਅਮਰੀਕਨ ਰੇਡੀਓ ਵਾਲੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਪ੍ਰਤੀਕਰਮ ਜਾਣਨਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਸੀ ਕਿ ਕਿਸ ਪ੍ਰਕਾਰ ਦੇ ਤੇ ਕਿਹੋ ਜਿਹੇ ਅਣਸੁਖਾਵੇਂ ਪ੍ਰਸ਼ਨ ਪੁੱਛੇ ਜਾਣਗੇ, ਪਰ ਇੰਟਰਵਿਊ ਤੋਂ ਇਨਕਾਰ ਵੀ ਨਹੀਂ ਸੀ ਕੀਤਾ ਜਾ ਸਕਦਾ। ਜਦੋਂ ਇੰਟਰਵਿਊ ਹੋਈ ਤਾਂ ਪ੍ਰਧਾਨ ਮੰਤਰੀ ਵਿੱਚ ਜਾਣਬੁੱਝ ਕੇ ਖੰਘਦੇ ਰਹੇ। ਜਦੋਂ ਇੰਟਰਵਿਊ ਮੁਕੰਮਲ ਹੋਈ ਤਾਂ ਪ੍ਰਧਾਨ ਮੰਤਰੀ ਨੂੰ ਸਾਰੇ ਪ੍ਰਸ਼ਨਾਂ ਦਾ ਪਤਾ ਲੱਗ ਗਿਆ। ਸੋ ਕੁਝ ਵੱਖਰੀ ਕਿਸਮ ਦੇ ਉੱਤਰ ਦੇਣਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, ਖੰਘ ਦੀ ਆਵਾਜ਼ ਕਾਰਨ ਇੰਟਰਵਿਊ ਦਾ ਪ੍ਰਭਾਵ ਚੰਗਾ ਨਹੀਂ ਪਏਗਾ, ਆਓ ਦੁਬਾਰਾ ਇੰਟਰਵਿਊ ਕਰਦੇ ਹਾਂ। ਉਹਨਾਂ ਨੇ ਦਵਾਈ ਦੇ 2 ਚਮਚੇ ਲਏ ਤੇ ਕਿਹਾ, ਹੁਣ ਖੰਘ ਨਹੀਂ ਆਏਗੀ। ਪ੍ਰਧਾਨ ਮੰਤਰੀ ਨੇ ਪਹਿਲੀ ਕੈਸੇਟ ਲੈ ਲਈ ਤੇ ਮੁੜ ਇੰਟਰਵਿਊ ਦਿੱਤੀ, ਜਿਸ ਵਿੱਚ ਸਭ ਕੁਝ ਬਦਲਿਆ ਹੋਇਆ ਸੀ। ਧੰਨਵਾਦ। ਨੈਕਸਟ। ਅਕਬਰ ਨੇ ਤਾਨਸੇਨ ਦਾ ਸੰਗੀਤ ਸੁਣਿਆ ਤਾਂ ਸੋਚਿਆ ਕਿ ਜੇ ਸ਼ਾਗਿਰਦ ਇੰਨਾ ਚੰਗਾ ਗਾ ਸਕਦਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਏਗਾ। ਅਕਬਰ ਤਾਨਸੇਨ ਦੇ ਉਸਤਾਦ ਹਰੀਦਾਸ ਕੋਲ ਗਿਆ। ਜਦੋਂ ਹਰੀਦਾਸ ਨੇ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਅਕਬਰ 'ਤੇ ਜਾਦੂ ਹੋ ਗਿਆ ਤੇ ਉਹ ਝੂਮਣ ਲੱਗ ਪਿਆ। ਉਸਤਾਦ ਦਾ ਸੰਗੀਤ ਸੁਣਨ ਉਪਰੰਤ ਅਕਬਰ ਨੇ ਤਾਨਸੇਨ ਨੂੰ ਪੁੱਛਿਆ ਕਿ ਕੀ ਗੱਲ ਹੈ, ਤੇਰਾ ਸੰਗੀਤ ਇਹ ਬੁਲੰਦੀਆਂ ਕਿਉਂ ਨਹੀਂ ਛੂੰਹਦਾ। ਤਾਨਸੇਨ ਨੇ ਕਿਹਾ, ਕਾਰਨ ਬੜਾ ਸਪਸ਼ਟ ਹੈ, ਮੈਂ ਇੱਕ ਬਾਦਸ਼ਾਹ ਵਾਸਤੇ ਗਾਉਂਦਾ। ਮੇਰਾ ਮੁਰਸ਼ਦ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਲਈ ਗਾਉਂਦਾ ਹੈ। ਧੰਨਵਾਦ। ਨੈਕਸਟ। ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਜੀਵਨ ਦੀ ਮੁੱਖ ਟੇਕ ਹੈ, ਉੱਥੇ ਜਾਤ ਪਾਤ ਹੈ, ਤੇ ਜਿੱਥੇ ਵੀ ਜਾਤ ਪਾਤ ਹੈ ਉੱਥੇ ਆਪਣੇ ਉੱਚੇ ਹੋਣ ਦਾ ਆਨੰਦ ਨਹੀਂ ਮਾਣਿਆ ਜਾਂਦਾ। ਉੱਥੇ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨ ਦੀ ਤਸੱਲੀ ਲਈ ਜਾਂਦੀ ਹੈ। ਭਾਰਤ ਵਿੱਚ, ਪੰਜਾਬ ਵਿੱਚ ਹੋਰਾਂ ਨੂੰ ਆਪਣੇ ਤੋਂ ਨੀਵਾਂ ਸਿੱਧ ਕਰਨਾ ਸਭ ਤੋਂ ਵੱਡਾ ਮਨੋਰੰਜਨ ਹੈ। ਪੰਜਾਬ 'ਚ ਜਗੀਰਦਾਰ ਵਿਸਵੇਦਾਰ ਨੂੰ ਆਪਣੇ ਤੋਂ ਨੀਵਾਂ ਸਮਝਦਾ ਹੈ, ਵਿਸਵੇਦਾਰ ਜੈਲਦਾਰ ਨੂੰ ਆਪਣੇ ਤੋਂ ਨੀਵਾਂ ਗਿਣਦਾ ਹੈ।
ਜ਼ੈਲਦਾਰ ਨੰਬਰਦਾਰ ਨੂੰ ਆਪਣੇ ਤੋਂ ਨੀਵਾਂ ਦੱਸਦਾ ਹੈ। ਨੰਬਰਦਾਰ ਆਮ ਜੱਟਾਂ ਨੂੰ ਆਪਣੇ ਤੋਂ ਨੀਵਾਂ ਲਾਉਂਦਾ ਹੈ। ਆਮ ਜੱਟ ਮੁਜਾਰਿਆਂ ਨੂੰ ਨੀਵਾਂ ਸਮਝਦੇ ਹੈ ਤੇ ਮੁਜਾਰੀ ਨਾਈਆਂ, ਛਿੰਬਿਆਂ, ਤਰਖਾਣਾਂ, ਧੋਬੀਆਂ, ਕੁਮਾਰਾਂ, ਮਹਿਰਿਆਂ, ਤੇਲੀਆਂ, ਲੁਹਾਰਾਂ, ਜੁਲਾਹਿਆਂ ਨੂੰ ਨੀਵਾਂ ਦੱਸਦੇ ਹੈ। ਇਉਂ ਹੀ ਭਾਰਤ ਵਿੱਚ ਸੰਨਿਆਸੀ ਗ੍ਰਸਤੀਆਂ ਨੂੰ, ਸ਼ਹਿਰੀ ਪੇਂਡੂਆਂ ਨੂੰ, ਪਰਿਵਾਰ ਵਾਲੇ ਛੜਿਆਂ ਨੂੰ, ਸੰਤ ਸਾਧਾਂ ਨੂੰ ਨੀਵਾਂ ਦੱਸਦੇ ਹਨ। ਇਸ ਢੰਗ ਨਾਲ ਹੋਰਾਂ ਨੂੰ ਤਾਂ ਨੀਵੇਂ ਸਿੱਧ ਕਰ ਦਿੱਤਾ ਜਾਂਦਾ ਹੈ, ਪਰ ਇਸ ਨਾਲ ਕੋਈ ਵੀ ਆਪ ਉੱਚਾ ਸਿੱਧ ਨਹੀਂ ਹੁੰਦਾ। ਧੰਨਵਾਦ। ਨੈਕਸਟ, ਪਲੈਟੋ ਨੇ ਦੱਸਿਆ ਸੀ ਕਿ ਪਹਿਲਾਂ ਪੁਰਸ਼ ਇਸਤਰੀ ਜੁੜੇ ਹੋਏ ਸਨ, ਉਹ ਮੁਕੰਮਲ ਸਨ, ਉਹ ਸੰਪੂਰਨ ਸਨ। ਫਿਰ ਪਰਮਾਤਮਾ ਨੇ ਵੱਖ-ਵੱਖ ਕਰ ਦਿੱਤੇ। ਉਦੋਂ ਤੋਂ ਹਰੇਕ ਅੱਧ ਆਪਣੇ ਦੂਜੇ ਅੱਧ ਨੂੰ ਲੱਭ ਰਿਹਾ ਹੈ। ਵੱਖਰਾ ਹੋਇਆ ਅੱਧ ਨਹੀਂ ਮਿਲਦਾ, ਹੋਰ ਅੱਧ ਮਿਲੇ ਜਾਂਦੇ ਹਨ। ਸੋ ਸਦੀਵੀ ਭਟਕਣ ਜਾਰੀ ਰਹਿੰਦੀ ਹੈ, ਜਿਹੜੀ ਕਦੀ ਨਹੀਂ ਮੁੱਕਦੀ, ਕਦੀ ਨਹੀਂ ਮੁੱਕਣੀ। ਧੰਨਵਾਦ। ਨੈਕਸਟ, ਯੁੱਧ ਵਿੱਚ ਹਥਿਆਰ ਨਹੀਂ, ਪੈਂਤੜਾ ਮਹੱਤਵਪੂਰਨ ਹੁੰਦਾ ਹੈ। ਨੈਪੋਲੀਅਨ ਨੇ ਜਦੋਂ 1812 ਵਿੱਚ ਰੂਸ 'ਤੇ ਹਮਲਾ ਕੀਤਾ ਤਾਂ ਉਹਨੂੰ ਰੂਸ ਦੀਆਂ ਫੌਜਾਂ ਨੇ ਨਹੀਂ ਹਰਾਇਆ, ਉਹਨੂੰ ਰੂਸ ਦੀ ਠੰਡ ਨੇ ਹਰਾਇਆ। ਜਦੋਂ 1/3 ਫੌਜ ਮਾਰੀ ਜਾਵੇ, ਉਸ ਧਿਰ ਨੂੰ ਹਾਰਿਆ ਸਮਝਿਆ ਜਾਂਦਾ ਹੈ। ਨੈਪੋਲੀਅਨ ਨੂੰ ਜਿੱਤ ਤੋਂ ਸਖਣਾ ਕਰਨ ਲਈ ਰੂਸੀਆਂ ਨੇ ਉਹਦਾ ਮੁਕਾਬਲਾ ਕਰਨ ਦੀ ਥਾਂ ਉਹਨੂੰ ਅੱਗੇ ਵਧਣ ਦਿੱਤਾ ਤੇ ਰੂਸੀ ਆਪ ਪਿੱਛੇ ਹਟਦੇ ਗਏ। ਨੈਪੋਲੀਅਨ ਰੂਸੀ ਇਲਾਕੇ ਤੇ ਕਬਜ਼ਾ ਕਰਕੇ ਬੈਠਾ ਰਿਹਾ ਤੇ ਸਤੰਬਰ ਵਿੱਚ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਤਿਆਰੀ 'ਚ ਰੁੱਝਿਆ ਰਿਹਾ। ਜਦੋਂ ਨੈਪੋਲੀਅਨ ਨੇ ਸਤੰਬਰ 'ਚ ਹਮਲਾ ਕੀਤਾ ਤਾਂ ਰੂਸੀ ਹੋਰ ਪਿੱਛੇ ਹਟ ਗਏ। ਨੈਪੋਲੀਅਨ ਹੋਰ ਅੱਗੇ ਚਲਾ ਗਿਆ। ਜਦੋਂ ਠੰਡ ਨੇ ਜ਼ੋਰ ਫੜਿਆ, ਬਰਫ਼ ਕਾਰਨ ਰਸਤੇ ਬੰਦ ਹੋ ਗਏ, ਸਪਲਾਈ ਜਾਰੀ ਨਾ ਰਹਿ ਸਕੀ, ਤਾਂ ਬਰਫ਼ਾਨੀ ਹਨੇਰੀਆਂ ਤੇ ਬਰਫ਼ਬਾਰੀ ਕਾਰਨ ਨੈਪੋਲੀਅਨ ਦੇ 6 ਲੱਖ ਫੌਜੀਆਂ ਵਿੱਚੋਂ 5 ਲੱਖ ਫੌਜੀ ਮਾਰੇ ਗਏ। ਯੁੱਧ ਦੀ ਇਹ ਘਟਨਾ ਸੰਸਾਰ ਦੀਆਂ 10 ਪ੍ਰਸਿੱਧ ਘਟਨਾਵਾਂ ਵਿੱਚੋਂ ਇੱਕ ਹੈ। ਰੂਸ ਦੀ ਸਰਦੀ ਨੇ ਨੈਪੋਲੀਅਨ ਦਾ ਲੱਕ ਤੋੜ ਦਿੱਤਾ ਸੀ। ਰੂਸੀਆਂ ਦਾ ਕੋਈ ਫੌਜੀ ਨੁਕਸਾਨ ਨਹੀਂ ਸੀ ਹੋਇਆ। ਧੰਨਵਾਦ। ਨੈਕਸਟ, ਸੁਨਿਆਰੇ ਦੀ ਇੱਕ ਵੱਡੀ ਦੁਕਾਨ 'ਤੇ ਇੱਕ ਵਿਅਕਤੀ ਪਿਛਲੇ 30 ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਹ ਨਾ ਕੇਵਲ ਸਭ ਤੋਂ ਪੁਰਾਣਾ ਕਰਮਚਾਰੀ ਸੀ, ਸਗੋਂ ਸਭ ਤੋਂ ਵੱਧ ਵਿਸ਼ਵਾਸ ਪਾਤਰ ਵੀ ਸੀ। ਮਾਲਕਾਂ ਨੇ ਰਾਤ ਨੂੰ ਦੁਕਾਨ ਦੇ ਅੰਦਰਲੇ ਤੇ ਬਾਹਰਲੇ ਸਾਰੇ ਜੰਦਰੇ ਲਾਉਣ ਦਾ ਕੰਮ ਉਹਨੂੰ ਸੰਭਾਲਿਆ ਹੋਇਆ ਸੀ। ਇੱਕ ਵਾਰ ਉਸਦੇ ਮਨ ਵਿੱਚ ਬੇਈਮਾਨੀ ਆਈ ਤੇ ਉਸ ਰਾਤ ਉਹਨੇ ਇੱਕ ਦਰਵਾਜ਼ਾ ਬੰਦ ਨਾ ਕੀਤਾ ਤੇ ਰਾਤ ਵੇਲੇ ਉਸ ਦਰਵਾਜ਼ੇ ਰਾਹੀਂ ਅੰਦਰ ਆ ਗਿਆ ਤੇ ਚੋਰੀ ਦੀ ਨੀਅਤ ਨਾਲ ਕੁਝ ਸਮਾਨ ਇਕੱਠਾ ਕੀਤਾ। ਬਾਜ਼ਾਰ 'ਚ ਅਜੇ ਆਵਾਜਾਈ ਜਾਰੀ ਸੀ। ਉਹਨੇ ਸੋਚਿਆ ਸਵੇਰੇ ਹਨੇਰੇ 'ਚੋਂ 3-4 ਵਜੇ ਚੁੱਪ-ਚੁਪੀਤੇ ਨਿਕਲ ਜਾਏਗਾ। ਉਸ ਕੋਲ ਲਗਭਗ 4-5 ਘੰਟੇ ਦਾ ਸਮਾਂ ਸੀ। ਪਹਿਲੀ ਰਾਤ ਵੀ ਉਹ ਚੋਰੀ ਕਰਨ ਬਾਰੇ ਸੋਚਦੇ ਰਹਿਣ ਕਾਰਨ ਸੌਂ ਨਹੀਂ ਸੀ ਸਕਿਆ। ਆਰਾਮ ਕਰਨ ਦੀ ਨੀਅਤ ਨਾਲ ਉਹ ਲੰਮਾ ਪੈ ਗਿਆ ਤੇ ਉਹਨੂੰ ਨੀਂਦਰ ਆ ਗਈ ਤੇ ਉਹ ਸਵੇਰ ਤੱਕ ਸੁੱਤਾ ਹੀ ਰਿਹਾ। ਜਦੋਂ ਸਵੇਰੇ ਮਾਲਕ ਆਏ ਤੇ ਉਹਨਾਂ ਨੇ ਵੇਖਿਆ ਕਿ ਉਹ ਨੌਕਰ ਸੁੱਤਾ ਪਿਆ ਸੀ ਤੇ ਕੋਲ ਬੰਨੀ ਹੋਈ ਪੋਟਲੀ ਪਈ ਸੀ। ਉਹ ਫੜਿਆ ਗਿਆ। ਇਹ ਘਟਨਾ ਸੁਣਾ ਕੇ ਮੈਂ ਨਵੀਂ ਪੀੜ੍ਹੀ ਦੇ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਸ ਨੌਕਰ ਨੇ ਕੀ ਗਲਤੀ ਕੀਤੀ। ਸਾਰਿਆਂ ਨੇ ਕਿਹਾ ਉਸ ਨੌਕਰ ਨੂੰ ਸੌਣਾ ਨਹੀਂ ਸੀ ਚਾਹੀਦਾ। ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਉਹਨੂੰ ਚੋਰੀ ਨਹੀਂ ਸੀ ਕਰਨੀ ਚਾਹੀਦੀ। ਧੰਨਵਾਦ। ਨੈਕਸਟ, ਯੁਧਿਸ਼ਟਰ ਕੋਲ ਇੱਕ ਵਾਰੀ ਇੱਕ ਮੰਗਤਾ ਆਇਆ ਤਾਂ ਯੁਧਿਸ਼ਟਰ ਨੇ ਉਹਨੂੰ ਕਿਹਾ ਕੱਲ੍ਹ ਆਵੀਂ। ਕੋਲ ਖਲੋਤਾ ਭੀਮ ਢੋਲ ਚੁੱਕ ਕੇ ਵਜਾਉਂਦਾ ਹੋਇਆ ਤੇ ਦੱਸਦਾ ਹੋਇਆ ਨਗਰ ਵੱਲ ਚੱਲ ਪਿਆ ਕਿ ਯੁਧਿਸ਼ਟਰ ਨੇ ਕਾਲ ਤੇ ਵਿਜੇ ਪਾ ਲਈ ਹੈ। ਯੁਧਿਸ਼ਟਰ ਦੇ ਪੁੱਛਣ ਤੇ ਭੀਮ ਨੇ ਕਿਹਾ ਕਿ ਇੱਕ ਮੰਗਤਾ ਆਇਆ ਸੀ, ਤੂੰ ਕਿਹਾ ਸੀ ਕੱਲ੍ਹ ਆਵੀਂ, ਤੈਨੂੰ ਕੀ ਪਤਾ ਤੂੰ ਕੱਲ੍ਹ ਨੂੰ ਜਿੰਦਾ ਹੋਏਗਾ ਜਾਂ ਮੰਗਤਾ ਜਿਉਂਦਾ ਹੋਏਗਾ ਜਾਂ ਦੋਵੇਂ ਜਿਉਂਦੇ ਹੋਗੇ। ਕੀ ਪਤਾ ਕਿ ਕੱਲ੍ਹ ਤੂੰ ਭਿੱਖਿਆ ਦੇਣ ਦੀ ਹਾਲਤ 'ਚ ਹੋਵੇਂ ਕਿ ਨਾ, ਜਾਂ ਮੰਗਤੇ ਨੂੰ ਕੱਲ੍ਹ ਭਿੱਖਿਆ ਦੀ ਲੋੜ ਹੋਵੇ ਜਾਂ ਨਾ। ਕੀ ਪਤਾ ਕਿ ਕੱਲ੍ਹ ਤੁਸੀਂ ਇੱਕ ਦੂਜੇ ਨੂੰ ਮਿਲ ਸਕੋਗੇ ਕਿ ਨਹੀਂ। ਧੰਨਵਾਦ। ਨੈਕਸਟ, ਯੂਰਪ ਵਿੱਚ ਵਿਆਹ ਹੰਢਣਸਾਰ ਨਹੀਂ ਹੁੰਦੇ, ਪਰ ਇੱਕ ਜੋੜਾ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਜਿਹੜੀ ਇੱਕ ਵੱਡੀ ਘਟਨਾ ਸੀ ਤੇ ਪਰਿਵਾਰ ਦੇ ਲਗਭਗ 100 ਵਿਅਕਤੀ, ਪੁੱਤਰ, ਧੀਆਂ, ਪੋਤੇ, ਦੋਹਤੇ ਪਹੁੰਚੇ ਹੋਏ ਸਨ ਤੇ ਸਾਰੇ ਵਿਆਹ ਦੇ 50 ਸਾਲ ਚੱਲਣ ਤੇ ਹੈਰਾਨ ਸਨ। ਕਿਸੇ ਨੇ ਪੁੱਛਿਆ ਕਿ ਉਹਨਾਂ ਦੇ ਇੰਨੇ ਹੰਢਣਸਾਰ ਵਿਆਹ ਦਾ ਭੇਤ ਕੀ ਸੀ।
ਪਤਨੀ ਨੇ ਕਿਹਾ, ਵਿਆਹ ਵੇਲੇ ਮੈਂ ਆਪਣੇ ਆਪ ਨਾਲ ਪ੍ਰਣ ਕੀਤਾ ਸੀ ਕਿ ਮੈਂ ਆਪਣੇ ਪਤੀ ਦੀਆਂ 10 ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੀ ਤੇ 11ਵੀਂ ਗਲਤੀ ਤੇ ਹੀ ਇਤਰਾਜ਼ ਕਰਾਂਗੀ। ਇੰਨੀਆਂ ਗਲਤੀਆਂ ਮੇਰੇ ਪਤੀ ਨੇ ਕਦੀ ਕੀਤੀਆਂ ਹੀ ਨਹੀਂ। ਜਦੋਂ ਆਪਣੇ ਪਤੀ ਦੀ ਕਿਸੇ ਗਲਤੀ ਤੇ ਮੈਨੂੰ ਗੁੱਸਾ ਆਉਂਦਾ ਸੀ ਤਾਂ ਮੈਂ ਆਪਣੇ ਆਪ ਨੂੰ ਸਮਝਾਉਂਦੀ ਸਾਂ ਕਿ ਇਹ ਤਾਂ ਤੀਜੀ ਜਾਂ ਚੌਥੀ ਗਲਤੀ ਹੈ। ਮੈਂ ਤਾਂ 10 ਗਲਤੀਆਂ ਨਜ਼ਰਅੰਦਾਜ਼ ਕਰਨੀਆਂ ਹਨ। ਇਹ ਸੋਚ ਕੇ ਮੇਰੀ ਨਾਰਾਜ਼ਗੀ ਦੂਰ ਹੋ ਜਾਂਦੀ ਸੀ। ਇਵੇਂ ਸਾਡਾ ਰਿਸ਼ਤਾ ਨਿਭਦਾ ਰਿਹਾ। ਜਦੋਂ ਪਤੀ ਤੋਂ ਵਿਆਹ ਦੇ ਇੰਨੇ ਹੰਢਣਸਾਰ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਕਿਹਾ, ਮੈਂ ਸੋਚਿਆ ਕਰਦਾ ਸੀ ਕਿ ਮੇਰੀ ਜ਼ਿੰਮੇਵਾਰੀ ਸੰਸਾਰ ਦੀ ਜਿਸ ਕੇਵਲ ਇੱਕ ਔਰਤ ਨੂੰ ਖੁਸ਼ ਰੱਖਣ ਦੀ ਹੈ, ਉਹ ਮੇਰੀ ਪਤਨੀ ਹੈ, ਜਿਹਦਾ ਮੈਂ ਆਪਣੇ ਨਾਲੋਂ ਵੀ ਵਧੇਰੇ ਧਿਆਨ ਰੱਖਦਾ। ਮੈਂ ਸੋਚਿਆ ਹੋਇਆ ਸੀ ਕਿ ਜਦੋਂ ਵੀ ਇਹ ਵਿਆਹ ਤੋੜਨ ਦੀ ਗੱਲ ਕਰੇਗੀ, ਵਿਆਹ ਬਣਾਈ ਰੱਖਣ ਲਈ ਮੈਂ ਇਹਦੀਆਂ ਸਾਰੀਆਂ ਸ਼ਰਤਾਂ ਮੰਨ ਲਵਾਂਗਾ। ਦੋਵਾਂ ਨੇ ਹੱਸਦਿਆਂ ਕਿਹਾ, ਇਹਨਾਂ ਉਪਰਾਲਿਆਂ ਦੀ ਕਦੇ ਲੋੜ ਹੀ ਨਹੀਂ ਪਈ ਤੇ ਪਤਾ ਹੀ ਨਹੀਂ ਲੱਗਿਆ ਕਿ 50 ਸਾਲ ਲੰਘ ਗਏ ਸਨ। ਧੰਨਵਾਦ। ਨੈਕਸਟ। ਮੈਂ ਕਈ ਵਾਰ ਹਾਰਿਆ, ਅਣਗਿਣਤ ਵਾਰ ਅਸਫਲ ਹੋਇਆ। ਮੈਂ ਕੁੱਟ ਵੀ ਕਈਆਂ ਤੋਂ ਖਾਧੀ ਹੈ, ਬੇਇੱਜ਼ਤੀ ਵੀ ਅਨੇਕਾਂ ਦੀ ਬਰਦਾਸ਼ਤ ਕੀਤੀ ਹੈ। ਮੇਰੇ ਨਾਲ ਵਧੀਕੀਆਂ ਵੀ ਹੋਈਆਂ ਹਨ, ਧੋਖਾ ਤਾਂ ਕਈ ਵਾਰ ਹੋਇਆ। ਘਾਟੇ ਤਾਂ ਪੈਂਦੇ ਹੀ ਰਹੇ ਹਨ। ਮੇਰਾ ਮਖੌਲ ਵੀ ਉੱਡਿਆ ਹੈ, ਮੇਰੇ ਤੇ ਝੂਠੇ ਦੋਸ਼ ਵੀ ਲੱਗੇ ਹੈ, ਮੇਰੇ ਤੇ ਮੁਕੱਦਮੇ ਵੀ ਚੱਲੇ ਆ। ਕੁਝ ਗਲਤ ਵਾਪਰਨ ਤੇ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਮੈਂ ਅਜੇ ਤੱਕ ਟੁੱਟਿਆ ਨਹੀਂ, ਆਤਮਘਾਤ ਕਰਨ ਬਾਰੇ ਸੋਚਿਆ ਨਹੀਂ, ਤਾਂ ਨਿਰੋਲ ਸਵੈ ਵਿਸ਼ਵਾਸ ਨਾਲ ਕੇਵਲ ਜਾਣਨ ਦੀ ਇਸ ਜਿਗਿਆਸਾ ਕਾਰਨ ਕਿ ਵੇਖਦਾ ਅੱਗੋਂ ਕੀ ਹੋਏਗਾ। ਧੰਨਵਾਦ। ਇੱਕ ਬਾਦਸ਼ਾਹ ਨੇ ਜਦੋਂ ਚਾਪਲੂਸਾਂ ਦੇ ਕਹੇ ਲਾ ਕੇ ਇੱਕ ਪੰਡਤ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਪੰਡਤ ਨੇ ਕਿਹਾ, ਜੇ ਤੁਸੀਂ ਮੈਨੂੰ 1 ਸਾਲ ਦਾ ਸਮਾਂ ਦਿਓ ਤਾਂ ਮੈਂ ਤੁਹਾਡੇ ਘੋੜੇ ਨੂੰ ਉੱਡਣਾ ਸਿਖਾ ਸਕਦਾ। ਇਹ ਸੁਣ ਕੇ ਬਾਦਸ਼ਾਹ ਹੈਰਾਨ ਹੋਇਆ ਤੇ ਉਹਨੇ ਸੋਚਿਆ ਕਿ 1 ਸਾਲ ਦੀ ਮੋਹਲਤ ਦੇਣ 'ਚ ਕੀ ਫਰਕ ਪੈਂਦਾ ਹੈ। ਬਾਦਸ਼ਾਹ ਨੇ ਮੋਹਲਤ ਦੇ ਦਿੱਤੀ ਤੇ ਨਾਲ ਹੀ ਕਿਹਾ, ਜੇ ਘੋੜੇ ਨੂੰ ਉੱਡਣਾ ਨਾ ਸਿਖਾਇਆ ਤਾਂ ਹੋਰ ਕੜੀ ਸਜ਼ਾ ਸੁਣਾਵਾਂਗਾ। ਜਦੋਂ ਪੰਡਤਾਣੀ ਨੂੰ ਪਤਾ ਲੱਗਾ ਤਾਂ ਉਹਨੇ ਪਤੀ ਨੂੰ ਪੁੱਛਿਆ, ਇਹ ਤੁਸੀਂ ਕਿਉਂ ਕਿਹਾ? ਪਤੀ ਨੇ ਕਿਹਾ, ਕਈ ਸੰਭਾਵਨਾਵਾਂ ਹਨ, ਕੀ ਪਤਾ 1 ਸਾਲ 'ਚ ਬਾਦਸ਼ਾਹ ਹੀ ਮਰ ਜਾਏ, ਕੀ ਪਤਾ ਮੈਂ ਹੀ ਮਰ ਜਾਵਾਂ, ਕੀ ਪਤਾ ਘੋੜਾ ਹੀ ਮਰ ਜਾਏ, ਕੀ ਪਤਾ ਸਲਾਹਕਾਰ ਹੀ ਮਰ ਜਾਣ ਜਾਂ ਚਾਪਲੂਸ ਵੀ ਬਦਲ ਜਾਣ। ਘੋੜੇ ਦੇ ਉੱਡਣ ਤੇ ਵੀ ਕੋਈ ਰੋਕ ਨਹੀਂ, ਕੀ ਪਤਾ ਘੋੜਾ ਉੱਡਣ ਹੀ ਲੱਗ ਜਾਏ। ਪੰਡਤ ਨੇ ਕਿਹਾ, ਸ਼ਾਸਤਰਾਂ ਦੀ ਸਿੱਖਿਆ ਦੱਸਦੀ ਹੈ ਕਿ ਕੁਝ ਕੁ ਲੋਕ ਹੀ ਸਮੇਂ ਦਾ ਸੁਭਾਅ ਸਮਝਦੇ ਹਨ। ਸਮੇਂ ਦੀ ਚਾਲ ਨਾਲ ਕਈ ਬਾਦਸ਼ਾਹੀਆਂ ਮਿੱਟੀ 'ਚ ਮਿਲ ਗਈਆਂ ਹਨ, ਕਈ ਮੰਗਤੇ ਬਾਦਸ਼ਾਹ ਬਣਦੇ ਵੇਖੇ ਗਏ ਹਨ। ਵਕਤ ਦੇ ਸੁਭਾਅ 'ਚ ਆਸ ਉਮੀਦ ਦੇ ਤੱਤ ਹੁੰਦੇ ਹਨ। ਇਹ ਸੋਚ ਕੇ ਹੀ ਮੈਂ ਮੂਰਖ ਬਾਦਸ਼ਾਹ ਤੋਂ 1 ਸਾਲ ਦਾ ਵਕਤ ਲਿਆ ਹੈ। 1 ਸਾਲ 'ਚ ਕਿੰਨਾ ਕੁਝ ਵਾਪਰ ਸਕਦਾ ਹੈ, ਉਹ ਨਾ ਤਾਂ ਮੈਂ ਜਾਣਦਾ, ਨਾ ਚਾਪਲੂਸ ਜਾਣਦੇ ਆ, ਨਾ ਬਾਦਸ਼ਾਹ ਜਾਣਦਾ। ਕੀ ਤੂੰ ਆਪਣੇ ਪਤੀ ਨੂੰ 1 ਸਾਲ ਹੋਰ ਜਿਉਂਦਿਆਂ ਵੇਖ ਕੇ ਖੁਸ਼ ਨਹੀਂ ਹੋਏਂਗੀ? ਧੰਨਵਾਦ। ਨੈਕਸਟ। ਕਈ ਵਾਰ ਕਿਸੇ ਨੂੰ ਸਤਿਕਾਰ ਕਿਸੇ ਹੋਰ ਕਾਰਨ ਮਿਲ ਰਿਹਾ ਹੁੰਦਾ ਹੈ, ਪਰ ਉਹ ਸਮਝਦਾ ਹੈ ਸਤਿਕਾਰ ਉਹਨੂੰ ਮਿਲ ਰਿਹਾ ਹੈ। ਕਈ ਅਹੁਦੇ ਸਤਿਕਾਰਯੋਗ ਹੁੰਦੇ ਹਨ, ਅਹੁਦਾ ਖੁੱਸ ਜਾਂਦਾ ਹੈ, ਸਤਿਕਾਰ ਮੁੱਕ ਜਾਂਦਾ ਹੈ। ਇੱਕ ਘੁਮਾਰ ਮੂਰਤੀਆਂ ਦਾ ਭਰਿਆ ਗੱਡਾ ਲੈ ਕੇ ਜਾ ਰਿਹਾ ਸੀ। ਲੋਕ ਸ਼ਰਧਾ ਨਾਲ ਝੁਕ ਰਹੇ ਸਨ, ਪਰ ਘੁਮਾਰ ਸਮਝ ਰਿਹਾ ਸੀ ਇਹ ਸਤਿਕਾਰ ਉਹਨੂੰ ਮਿਲ ਰਿਹਾ। ਉਹ ਆਪਣੇ ਆਪ ਨੂੰ ਸਨਮਾਨਯੋਗ ਸਮਝਣ ਲੱਗ ਪਿਆ ਸੀ। ਮੂਰਤੀਆਂ ਮੇਲੇ 'ਚ ਵੇਚ ਕੇ ਜਦੋਂ ਖਾਲੀ ਗੱਡੇ ਨਾਲ ਵਾਪਸ ਆ ਰਿਹਾ ਸੀ ਤਾਂ ਜਦੋਂ ਕੋਈ ਸਤਿਕਾਰ ਨਾ ਮਿਲਿਆ ਤਾਂ ਘੁਮਾਰ ਨੇ ਲੋਕਾਂ ਨਾਲ ਬਦਸਲੂਕੀ ਕਰਨੀ ਆਰੰਭ ਦਿੱਤੀ। ਇਵੇਂ ਜਾਂਦਿਆਂ ਸਤਿਕਾਰ ਮਿਲਿਆ ਸੀ, ਆਉਂਦਿਆਂ ਡੰਡੇ ਪੈ ਰਹੇ ਸਨ। ਧੰਨਵਾਦ। ਨੈਕਸਟ। ਮਾਂ ਤੇ ਪਤਨੀ ਦੀ ਸੋਚ ਵਿੱਚ ਅੰਤਰ ਹੁੰਦਾ ਹੈ। ਮਾਂ ਨੂੰ ਪੁੱਤਰ 'ਚ ਕੋਈ ਨੁਕਸ ਨਹੀਂ ਦਿਸਦਾ, ਪਤਨੀ ਨੂੰ ਪਤੀ ਵਿੱਚ ਕੋਈ ਗੁਣ ਘੱਟ ਹੀ ਨਜ਼ਰ ਆਉਂਦਾ ਹੈ। ਮਾਂ ਲਈ ਪੁੱਤਰ ਉਹਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ, ਪਤਨੀ ਲਈ ਸਭ ਤੋਂ ਵੱਡੀ ਸਮੱਸਿਆ ਉਹਦਾ ਪਤੀ ਹੀ ਤਾਂ ਹੁੰਦਾ ਹੈ। ਇੱਕ ਵਾਰੀ ਘਰ 'ਚ ਇੱਕ ਬੱਲਬ ਬਦਲਣ ਦੀ ਲੋੜ ਪਈ ਤਾਂ ਪਤੀ ਨੇ ਇੱਕ ਸਟੂਲ 'ਤੇ ਚੜ੍ਹ ਕੇ ਬਦਲਣਾ ਚਾਹਿਆ, ਪਰ ਉਹਦਾ ਬੱਲਬ ਤੱਕ ਹੱਥ ਨਾ ਪਹੁੰਚਿਆ। ਪਤਨੀ ਨੇ ਕਿਹਾ, ਤੁਸੀਂ ਮਧਰੇ ਹੋ ਇਸ ਲਈ ਹੱਥ ਨਹੀਂ ਪਹੁੰਚਿਆ। ਮਾਂ ਨੇ ਕਿਹਾ, ਸਟੂਲ ਨੀਵਾਂ ਹੈ ਇਸ ਲਈ ਹੱਥ ਨਹੀਂ ਪਹੁੰਚਿਆ। ਧੰਨਵਾਦ। ਨੈਕਸਟ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਡਿਗਰੀ ਕਿਹੜੀ ਸੀ, ਪੁੱਛੇਗਾ ਤੁਹਾਡਾ ਵਿਹਾਰ ਤੇ ਚਰਿੱਤਰ ਕਿਹੋ ਜਿਹਾ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਕਾਰ ਕਿਹੜੀ ਸੀ, ਪੁੱਛੇਗਾ ਕਿੰਨੇ ਗੁਆਚਿਆਂ ਤੇ ਭਟਕਿਆਂ ਨੂੰ ਉਹਨਾਂ ਦੇ ਘਰੇ ਪਹੁੰਚਾਇਆ।
ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਕੋਠੀ ਕਿੰਨੇ ਕਨਾਲਾਂ 'ਚ ਸੀ, ਪੁੱਛੇਗਾ ਕਿੰਨਿਆਂ ਦਾ ਤੁਸੀਂ ਖਿੜੇ ਮੱਥੇ ਸਵਾਗਤ ਕੀਤਾ। ਰੱਬ ਇਹ ਨਹੀਂ ਪੁੱਛੇਗਾ ਕਿ ਬੈਂਕ 'ਚ ਪੈਸੇ ਕਿੰਨੇ ਜਮ੍ਹਾਂ ਸਨ ਤਾਂ ਤੁਹਾਡੀ ਆਮਦਨ ਕਿੰਨੀ ਸੀ, ਪੁੱਛੇਗਾ ਕਮਾਈ ਕਿਵੇਂ ਸੀ। ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਸੀ, ਪੁੱਛੇਗਾ ਕੀ ਕਰਕੇ ਮੇਰੇ ਕੋਲ ਆਏ ਹੋ। ਧੰਨਵਾਦ। ਨੈਕਸਟ, ਉਸ ਅਧਿਆਪਕ ਦਾ ਘਰ ਹਸਪਤਾਲ ਦੇ ਸਾਹਮਣੇ ਸੀ। ਮੀਂਹ ਪੈ ਰਿਹਾ ਸੀ। ਇੰਨੇ 'ਚ ਦਰਵਾਜ਼ਾ ਖੜਕਿਆ। ਖੋਲ੍ਹਿਆ। ਮੌਸਮ ਤੇ ਜ਼ਿੰਦਗੀ ਦਾ ਝੁਰੜਿਆ ਇੱਕ ਚਿਹਰਾ ਵਿਖਾਈ ਦਿੱਤਾ। ਜ਼ਿੰਦਗੀ ਦੇ ਬੋਝ ਨਾਲ ਉਹਦਾ ਸਰੀਰ ਝੁਕਿਆ ਹੋਇਆ ਸੀ। ਉਹਨੇ ਝਿਜਕਦਿਆਂ ਪੁੱਛਿਆ, ਮੇਰੀ ਬੱਸ ਲੰਘ ਗਈ ਹੈ? ਜੇ ਆਗਿਆ ਹੋਵੇ ਤਾਂ ਮੈਂ ਇਸ ਵਰਾਂਡੇ 'ਚ ਰਾਤ ਕੱਟ ਲਵਾਂ। ਸਵੇਰੇ ਮੇਰੀ ਬੱਸ ਜਾਂਦੀ ਹੈ। ਉਸ ਅਧਿਆਪਕ ਦਾ ਘਰ ਹਸਪਤਾਲ ਦੇ ਸਾਹਮਣੇ ਹੋਣ ਕਾਰਨ ਅਕਸਰ ਕੋਈ ਨਿਆਸਰਾ ਬੰਦਾ ਆ ਜਾਂਦਾ ਸੀ। ਅਜਿਹੇ ਲੋਕਾਂ ਵਾਸਤੇ ਪਰਿਵਾਰ ਨੇ ਖੁੱਲ੍ਹੀ ਡਿਊਟੀ ਵਿੱਚ ਇੱਕ ਤਖਤਪੋਸ਼ ਪੱਕੇ ਤੌਰ 'ਤੇ ਰੱਖਿਆ ਹੋਇਆ ਸੀ। ਇਵੇਂ ਉਸ ਅਧਿਆਪਕ ਨੂੰ ਮਨੁੱਖਤਾ ਤੇ ਇਨਸਾਨੀਅਤ ਦੇ ਵੱਖਰੇ ਵੱਖਰੇ ਰੂਪ ਵੇਖਣ ਨੂੰ ਮਿਲਦੇ ਸਨ। ਉਹ ਆਪ ਵੀ ਅਜਿਹੇ ਪਿਛੋਕੜ 'ਚੋਂ ਉੱਠਿਆ ਸੀ, ਸੋ ਉਹਨੂੰ ਇਹ ਸਭ ਕੁਝ ਸੁਭਾਵਕ ਲੱਗਦਾ ਸੀ। ਉਹਨੇ ਕਿਹਾ, ਆ ਜਾਓ, ਇੱਥੇ ਸੌਂ ਜਾਓ। ਉਹਨੇ ਰਾਤ ਲਈ ਕੁਝ ਕੱਪੜੇ ਵੀ ਦਿੱਤੇ। ਅਜਨਬੀ ਦੀ ਗੱਲਬਾਤ ਵਿੱਚ ਗਰੀਬੀ ਜਾਂ ਬਿਮਾਰੀ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ, ਸਗੋਂ ਜੋ ਕੁਝ ਬਚਿਆ ਹੋਇਆ ਸੀ ਉਸ ਲਈ ਧੰਨਵਾਦ, ਤਸੱਲੀ ਤੇ ਸ਼ੁਕਰਾਨਾ ਹੀ ਸੀ। ਪਲਾਸਟਿਕ ਦੀ ਕੁਰਸੀ ਪਈ ਸੀ। ਉਹਨੇ ਕਿਹਾ, ਮੈਂ ਇੱਥੇ ਹੀ ਸੌਂ ਜਾਵਾਂਗਾ। ਨਹੀਂ ਨਹੀਂ, ਤੁਸੀਂ ਠੀਕ ਹੋ ਕੇ ਸੌਵੋ। ਉਹਦੀ ਲੱਤ ਸੁੱਜੀ ਹੋਈ ਸੀ, ਪਰ ਉਹਨੂੰ ਧਰਵਾਸ ਸੀ ਕਿ ਦਰਦ ਨਹੀਂ ਸੀ ਕਰਦੀ। ਲੱਤ ਸੁੱਜੀ ਹੋਣ ਦੀ ਸ਼ਿਕਾਇਤ ਨਹੀਂ ਸੀ, ਦਰਦ ਨਾ ਹੋਣ ਦਾ ਮਾਣ ਸੀ। ਸਵੇਰੇ ਉੱਠਿਆ। ਉਹਨੇ ਦਰੀ ਤੇ ਚਾਦਰ ਠੱਪੀ ਹੋਈ ਸੀ। ਉਹ ਜਾਣ ਦੀ ਆਗਿਆ ਮੰਗ ਰਿਹਾ ਸੀ। ਉਹ ਮਛੇਰਾ ਸੀ ਤੇ ਆਪਣੀ ਧੀ ਵਾਸਤੇ ਦਵਾਈ ਲੈਣ ਆਇਆ ਸੀ। ਉਹਨੇ ਦੱਸਿਆ ਕਿ ਉਹ 2 ਕੁ ਮਹੀਨੇ ਮਗਰੋਂ ਆਉਂਦਾ ਸੀ। ਅਗਲੀ ਵਾਰੀ ਆਇਆ ਤਾਂ ਵੱਡੀ ਸਾਰੀ ਮੱਛੀ ਲੈ ਕੇ ਆਇਆ। 3 ਘੰਟੇ ਦਾ ਸਫ਼ਰ ਕਰਕੇ ਪਹੁੰਚਿਆ ਸੀ। ਉਹਨੇ ਦੱਸਿਆ, ਮੈਂ ਸਵੇਰੇ ਹੀ ਫੜੀ ਹੈ ਤਾਂ ਕਿ ਤਾਜ਼ੀ ਰਹੇ। ਉਹ ਕਈ ਸਾਲ ਆਉਂਦਾ ਰਿਹਾ। ਉਹ ਹਰ ਵਾਰ ਮੱਛੀ ਜ਼ਰੂਰ ਲੈ ਕੇ ਆਉਂਦਾ। ਫਿਰ ਉਹ ਸਬਜ਼ੀਆਂ ਵੀ ਲਿਆਉਣ ਲੱਗ ਪਿਆ ਸੀ। ਉਸ ਅਧਿਆਪਕ ਦੇ ਬੱਚਿਆਂ ਦਾ ਉਸ ਨਾਲ ਮੋਹ ਪੈ ਗਿਆ ਸੀ। ਉਹ ਦੇਰ ਰਾਤ ਤੱਕ ਉਸ ਨਾਲ ਗੱਲਾਂ ਕਰਨ ਲੱਗ ਪਏ ਸਨ। ਉਹਦਾ ਆਉਣਾ ਬੱਚੇ ਉਡੀਕਣ ਲੱਗ ਪਏ ਸਨ। ਉਹ ਘਰ ਦਾ ਇੱਕ ਜੀਅ ਬਣ ਗਿਆ ਸੀ। ਉਹਦੇ ਝੁਕੇ ਹੋਏ ਸਰੀਰ 'ਚ ਬੜਾ ਸੋਹਣਾ ਤੇ ਨਿੱਘਾ ਦਿਲ ਸੀ। ਪਿੱਛੇ ਜੇ ਉਹ ਅਧਿਆਪਕ ਆਪਣੇ ਮਿੱਤਰ ਦੇ ਘਰ ਗਿਆ। ਮਿੱਤਰ ਦੀ ਪਤਨੀ ਨੂੰ ਬਾਗਬਾਨੀ ਦਾ ਸ਼ੌਕ ਸੀ। ਉਹਨੇ ਫੁੱਲਾਂ ਵਾਲੇ ਬੂਟੇ ਵਿਖਾਏ। ਸਭ ਤੋਂ ਸੋਹਣੇ ਫੁੱਲਾਂ ਵਾਲਾ ਬੂਟਾ ਇੱਕ ਪੁਰਾਣੀ ਚਿੱਬ ਵਾਲੀ ਬਾਲਟੀ 'ਚ ਲੱਗਿਆ ਹੋਇਆ ਸੀ। ਮਿੱਤਰ ਦੀ ਪਤਨੀ ਨੇ ਕਿਹਾ, ਮੈਨੂੰ ਕੀ ਪਤਾ ਸੀ ਕਿ ਇਸ ਪੁਰਾਣੀ ਟੁੱਟੀ ਬਾਲਟੀ 'ਚ ਇੰਨੇ ਸੋਹਣੇ ਫੁੱਲ ਲੱਗਣਗੇ। ਅਧਿਆਪਕ ਨੇ ਸੋਚਿਆ, ਉਹਨੂੰ ਵੀ ਨਹੀਂ ਸੀ ਪਤਾ ਕਿ ਉਸ ਝੁਕੇ ਹੋਏ ਝੁਰੜੇ ਹੋਏ ਸਰੀਰ 'ਚ ਇੰਨਾ ਸੋਹਣਾ ਦਿਲ ਹੋਏਗਾ। ਧੰਨਵਾਦ। ਨੈਕਸਟ, ਇੱਕ ਬਜ਼ੁਰਗ ਜੋੜੇ ਨੂੰ ਸਾਰੇ ਸਫਲ ਪਤੀ ਪਤਨੀ ਸਮਝਦੇ ਸਨ। ਇੱਕ ਵਾਰੀ ਉਹਨਾਂ ਦੇ ਧੀਆਂ ਪੁੱਤਰਾਂ, ਪੋਤਿਆਂ ਪੋਤੀਆਂ, ਦੋਤੀਆਂ ਨੇ ਉਹਨਾਂ ਦੇ ਵਿਆਹ ਦੀ ਗੋਲਡਨ ਜੁਬਲੀ ਮਨਾਉਣ ਦਾ ਸਮਾਗਮ ਕੀਤਾ। ਉੱਥੇ ਹਾਜ਼ਰ ਸਾਰਿਆਂ ਨੇ ਜਦੋਂ ਉਹਨਾਂ ਦੇ ਪ੍ਰਸੰਨ ਤੇ ਹੰਢਣਸਾਰ ਵਿਆਹ ਦਾ ਭੇਤ ਪੁੱਛਿਆ ਤਾਂ ਇਸਤਰੀ ਨੇ ਕਿਹਾ, ਅਸੀਂ ਦੋਵੇਂ ਬੱਚਿਆਂ ਦੇ ਸ਼ੌਕੀਨ ਸਾਂ। ਬੱਚੇ ਸਾਨੂੰ ਚੰਗੇ ਲੱਗਦੇ ਸਨ। ਸਾਡੇ 8 ਬੱਚੇ ਹੋਏ। ਅਸੀਂ ਇਕਰਾਰ ਕੀਤਾ ਹੋਇਆ ਸੀ ਕਿ ਜਿਹੜਾ ਛੱਡ ਕੇ ਜਾਏਗਾ, ਜਿਹੜਾ ਵਿਆਹ ਤੋੜੇਗਾ, ਸਾਰੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸਦੀ ਹੋਏਗੀ। ਇਕੱਲਿਆਂ ਇਹ ਜ਼ਿੰਮੇਵਾਰੀ ਚੁੱਕਣ ਦੀ ਸਾਡੇ 'ਚੋਂ ਕਿਸੇ ਵਿੱਚ ਵੀ ਹਿੰਮਤ ਤੇ ਸਮਰੱਥਾ ਨਹੀਂ ਸੀ। ਸੋ ਬੱਚਿਆਂ ਕਾਰਨ ਇਹ ਵਿਆਹ ਬਹੁਤ ਵਧੀਆ ਚੱਲਿਆ ਤੇ ਕਿਸੇ ਨੂੰ ਛੱਡ ਕੇ ਜਾਣ ਦਾ ਕੋਈ ਖਿਆਲ ਹੀ ਨਹੀਂ ਆਇਆ। ਧੰਨਵਾਦ। ਨੈਕਸਟ, ਇੱਕ ਆਦਮੀ ਨੇ ਬੁਢਾਪੇ ਵਿੱਚ ਪੁੱਤਰਾਂ ਧੀਆਂ ਵੱਲੋਂ ਬਜ਼ੁਰਗਾਂ ਵੱਲ ਯੋਗ ਧਿਆਨ ਨਾ ਦੇਣ ਕਾਰਨ ਉਹਨਾਂ ਦੇ ਦੁੱਖਾਂ ਤੇ ਤਕਲੀਫਾਂ ਦੀਆਂ ਬੜੀਆਂ ਕਹਾਣੀਆਂ ਸੁਣੀਆਂ ਹੋਈਆਂ ਸਨ। ਉਹਦੇ 3 ਪੁੱਤਰ ਸਨ ਜਿਨ੍ਹਾਂ ਦੇ ਆਪਣੇ ਪਰਿਵਾਰ ਸਨ। ਜਦੋਂ ਬਜ਼ੁਰਗ ਦੀ ਪਤਨੀ ਮਰ ਗਈ ਤਾਂ ਉਹਨੇ ਸਾਰਿਆਂ ਨੂੰ ਨੇੜੇ ਬੁਲਾਇਆ। ਕਿਸੇ ਨੂੰ ਕਿਹਾ ਸੋਫਾ ਲੈ ਜਾਓ, ਕਿਸੇ ਨੂੰ ਕਿਹਾ ਫਰਿੱਜ ਲੈ ਜਾਓ। ਪੁੱਤਰਾਂ ਨੇ ਕਿਹਾ, ਤੁਸੀਂ ਇਹ ਚੀਜ਼ਾਂ ਰੱਖੋ, ਕੋਈ ਆਇਆ ਗਿਆ ਵਰਤੇਗਾ। ਪਿਤਾ ਨੇ ਕਿਹਾ, ਹੁਣ ਇੱਥੇ ਕੋਈ ਨਹੀਂ ਆਏਗਾ। ਕੋਈ ਉੱਥੇ ਹੀ ਆਉਂਦਾ ਜਿੱਥੇ ਉਹਨੂੰ ਖਾਣ ਲਈ ਭੋਜਨ ਤੇ ਸੌਣ ਲਈ ਬਿਸਤਰਾ ਮਿਲੇ। ਹੁਣ ਮੈਂ ਆਪ ਇਹਨਾਂ ਚੀਜ਼ਾਂ ਦਾ ਮੁਹਤਾਜ ਹਾਂ। ਪਰ ਕਿਸੇ ਨੂੰ ਪੁੱਤਰ ਨੇ ਇਹ ਨਾ ਕਿਹਾ ਕਿ ਤੁਸੀਂ ਸਾਡੇ ਕੋਲ ਆ ਜਾਓ। ਜਦੋਂ ਪਿਤਾ ਨੇ ਦੱਸਿਆ ਕਿ ਉਹਨੇ ਵਸੀਅਤ 'ਚ ਲਿਖਿਆ ਕਿ ਉਹਦੀ ਸਾਰੀ ਜਾਇਦਾਦ ਦਾ ਮਾਲਕ ਉਹ ਪੁੱਤਰ ਹੋਏਗਾ ਜਿਸ ਕੋਲ ਰਹਿੰਦਿਆਂ ਉਹ ਮਰੇਗਾ,
ਇਹ ਸੁਣ ਕੇ ਸਾਰੇ ਪੁੱਤਰਾਂ 'ਚ ਸੇਵਾ ਭਾਵ ਜਾਗ ਪਿਆ ਤੇ ਸਾਰੀਆਂ ਨੂੰਹਾਂ ਨੂੰ ਸਹੁਰੇ 'ਚੋਂ ਪਿਤਾ ਦਿਸਣ ਲੱਗ ਪਿਆ। ਪੋਤੇ ਪੋਤੀਆਂ ਵੀ ਕਹਿਣ ਲੱਗ ਪਏ, ਦਾਦਾ ਜੀ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਉਂਦੇ? ਧੰਨਵਾਦ। ਨੈਕਸਟ, 5 ਸਾਲ ਦਾ ਬੱਚਾ ਡੂੰਘੇ ਟੋਏ 'ਚ ਡਿੱਗ ਪਿਆ ਸੀ। ਭੀੜ ਨੂੰ ਰੋਕਣ ਤੇ ਬੱਚੇ ਨੂੰ ਕੱਢਣ ਲਈ ਪੁਲਿਸ ਬੁਲਾਈ ਗਈ। ਇੱਕ ਪੁਲਿਸ ਅਫਸਰ ਦੀ ਆਤਮਾ ਨੇ ਆਵਾਜ਼ ਮਾਰੀ, ਇਸ ਬੱਚੇ ਨੂੰ ਬਚਾਉਣਾ ਹੈ, ਇਹਨੂੰ ਬਚਾਇਆ ਜਾ ਸਕਦਾ ਹੈ। ਇਹ ਬੱਚਾ ਨਹੀਂ, ਇਹ ਬਚਪਨ ਹੈ। ਇਹ 5 ਸਾਲ ਦੀ ਮਾਨਵ ਜਾਤੀ ਹੈ। ਉਹ ਪੁਲਿਸ ਅਫਸਰ ਨਿਰੰਤਰ ਖੋਦਦਾ ਰਿਹਾ। ਉਹ ਚਿੱਕੜ ਨਾਲ ਲੱਥ-ਪੱਥ ਹੋਇਆ ਪਿਆ ਸੀ। ਲੋਕ ਵੀ ਕਹਿ ਰਹੇ ਸਨ ਕਿ ਬੱਚਾ ਇਸ ਲਈ ਬਚ ਜਾਏਗਾ ਕਿਉਂਕਿ ਇਹ ਇੱਕ ਮਜ਼ਦੂਰ ਦਾ ਪੁੱਤਰ ਹੈ, ਇਹ ਹਿੰਮਤ ਨਹੀਂ ਹਾਰੇਗਾ। ਪੁਲਿਸ ਅਫਸਰ ਦੇ ਯਤਨਾਂ ਨਾਲ ਉਹ ਬੱਚਾ ਬਚਾ ਲਿਆ ਗਿਆ। ਪੁਲਿਸ ਅਫਸਰ ਨੇ ਇਨਸਾਨ ਹੋਣ ਦਾ ਸਬੂਤ ਦਿੱਤਾ ਸੀ। ਉਹਨੇ ਇਨਸਾਨੀਅਤ ਕਮਾ ਲਈ ਸੀ। ਉਹਨੇ ਪੁਲਿਸ ਲਈ ਇੱਜ਼ਤ ਉਪਜਾ ਲਈ ਸੀ। ਧੰਨਵਾਦ। ਨੈਕਸਟ, ਇੱਕ ਸਮਾਗਮ 'ਚ ਇੱਕ ਕੁੱਬਾ ਵਿਅਕਤੀ ਉੱਥੇ ਹਾਜ਼ਰ ਇੱਕ ਸੋਹਣੀ ਇਸਤਰੀ ਕੋਲ ਜਾ ਕੇ ਪੁੱਛਣ ਲੱਗਾ, ਕੀ ਤੁਹਾਨੂੰ ਕਿਸਮਤ ਵਿੱਚ ਵਿਸ਼ਵਾਸ ਹੈ? ਉਹ ਇਸਤਰੀ ਨੇ ਕਿਹਾ, ਹਾਂ। ਉਸ ਕੁੱਬੇ ਬੰਦੇ ਨੇ ਕਿਹਾ, ਤੁਸੀਂ ਮੇਰਾ ਕੁੱਬ ਵੇਖ ਰਹੇ ਹੋ? ਇਹ ਮੇਰੀ ਕਿਸਮਤ 'ਚ ਨਹੀਂ ਸੀ, ਇਹਨੂੰ ਮੈਂ ਰੱਬ ਕੋਲੋਂ ਆਪਣੀ ਕਿਸਮਤ 'ਚ ਲਿਖਵਾ ਲਿਆ। ਇਹ ਕੁੱਬ ਅਸਲ 'ਚ ਤੁਹਾਡੀ ਕਿਸਮਤ 'ਚ ਸੀ। ਰੱਬ ਤੁਹਾਡੇ ਬਾਰੇ ਕਹਿ ਰਿਹਾ ਸੀ, ਇਹ ਸੋਹਣੀ ਤਾਂ ਬਹੁਤ ਹੋਏਗੀ ਪਰ ਇਸ 'ਚ ਕੁੱਬ ਹੋਏਗਾ। ਮੈਂ ਰੱਬ ਨੂੰ ਕਿਹਾ ਸੀ ਕਿ ਸੋਹਣੀ ਉਹ ਤੁਹਾਨੂੰ ਬਣਾ ਦੇ, ਤੁਹਾਡਾ ਕੁੱਬ ਮੇਰੇ 'ਚ ਪਾ ਦੇ, ਤੇ ਰੱਬ ਨੇ ਮੇਰੀ ਬੇਨਤੀ ਮੰਨ ਲਈ ਸੀ। ਉਸ ਕੁੱਬੇ ਬੰਦੇ 'ਚ ਗੱਲ ਕਰਨ ਦਾ ਸਲੀਕਾ ਸੀ। ਉਹਦੀ ਇਸ ਗੱਲ ਨੇ ਉਸ ਸੋਹਣੀ ਇਸਤਰੀ ਨੂੰ ਉਹਦੀ ਦੀਵਾਨੀ ਬਣਾ ਦਿੱਤਾ ਸੀ। ਧੰਨਵਾਦ। ਇੱਕ ਮੰਗਤਾ ਆਪਣੇ ਅਸੂਲ ਕਾਰਨ ਪ੍ਰਸਿੱਧ ਸੀ। ਉਹ 1 ਰੁਪਇਆ ਹੀ ਲੈਂਦਾ ਸੀ। ਜੇ ਕੋਈ ਵੱਧ ਦਿੰਦਾ ਸੀ ਤਾਂ 1 ਰੁਪਇਆ ਰੱਖ ਕੇ ਬਾਕੀ ਵਾਪਸ ਕਰ ਦਿੰਦਾ ਸੀ। ਲੋਕ ਉਹਦੀ ਇਸ ਆਦਤ ਨੂੰ ਜਾਣਦੇ ਸਨ ਤੇ ਉਹ ਜਾਣ-ਬੁੱਝ ਕੇ ਉਹਨੂੰ ਸੈਂਕੜੇ ਰੁਪਏ ਦਿੰਦੇ ਸਨ, ਪਰ ਉਹ 1 ਰੁਪਏ ਤੋਂ ਵੱਧ ਲੈਂਦਾ ਹੀ ਨਹੀਂ ਸੀ। ਉਸ ਵੱਲੋਂ 1 ਰੁਪਇਆ ਹੀ ਰੱਖਣ ਨੂੰ ਲੋਕ ਆਪਣਾ ਸੁਭਾਗ ਸਮਝਣ ਲੱਗ ਪਏ ਸਨ। ਉਹ ਇਸ ਅਸੂਲ ਨਾਲ ਹੀ ਸਫਲ, ਅਮੀਰ ਤੇ ਪ੍ਰਸਿੱਧ ਹੋ ਗਿਆ ਸੀ। ਧੰਨਵਾਦ। ਨੈਕਸਟ, ਕਈ ਵਾਰ ਸਮਝ ਨਹੀਂ ਆਉਂਦੀ ਕਿ ਠੀਕ ਕੀ ਹੈ। ਕੀ ਝੂਠ ਬੋਲ ਕੇ ਕਿਸੇ ਮੁਰਝਾਏ ਚਿਹਰੇ 'ਤੇ ਮੁਸਕਰਾਹਟ ਲਿਆਉਣੀ ਠੀਕ ਹੈ ਕਿ ਸੱਚ ਬੋਲ ਕੇ ਕਿਸੇ ਦੇ ਅੱਥਰੂ ਵਗਾਉਣੇ ਠੀਕ ਹਨ? ਧੰਨਵਾਦ। ਨੈਕਸਟ, ਕਿਸੇ ਕੰਮ ਨੂੰ ਸਿੱਖਣ ਦਾ ਸਹੀ ਢੰਗ ਹੈ, ਉਹ ਕੰਮ ਕਰੋ, ਕਰਨਾ ਆ ਜਾਏਗਾ। ਇੱਕ ਬੱਚੀ ਸਕੇਟਿੰਗ ਹਾਲ 'ਚ ਹੋਰ ਬੱਚਿਆਂ ਵਾਂਗ ਸਕੇਟਿੰਗ ਕਰਨਾ ਚਾਹੁੰਦੀ ਸੀ। ਉਹਨੇ ਸਕੇਟਸ ਪਹਿਨੇ ਹੋਏ ਸਨ ਪਰ ਮਾਂ ਜਾਣ ਨਹੀਂ ਸੀ ਦੇ ਰਹੀ। ਜਦੋਂ ਕਿ ਬੱਚੀ ਜਾਣਾ ਚਾਹੁੰਦੀ ਸੀ ਤੇ ਉਹ ਵੀ ਹੋਰਾਂ ਵਾਂਗ ਸਕੇਟਿੰਗ ਦੀ ਮੌਜ ਮਾਣਨਾ ਚਾਹੁੰਦੀ ਸੀ। ਜਦੋਂ ਉਹਨੇ ਤੀਜੀ ਚੌਥੀ ਵਾਰ ਜਾਣ ਦੀ ਆਗਿਆ ਮੰਗੀ ਤਾਂ ਮਾਂ ਕਹਿ ਰਹੀ ਸੀ, ਨਹੀਂ 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 ਜਾਣਾ, ਤੂੰ ਡਿੱਗ ਪੈਂਗੀ, ਸੱਟ ਲੱਗ ਜਾਏਗੀ। ਇੰਨੇ ਵਿੱਚ ਉਹ ਤੋਂ ਵੀ ਛੋਟਾ ਇੱਕ ਬੱਚਾ ਆਇਆ, ਉਹਦਾ ਹੱਥ ਫੜ ਕੇ ਲੈ ਗਿਆ। ਸਕੇਟਿੰਗ ਕਰਨ ਲੱਗ ਪਈ ਤੇ ਅੱਧੇ ਘੰਟੇ ਮਗਰੋਂ ਮਾਂ ਨੂੰ ਕਹਿ ਰਹੀ ਸੀ, ਆਓ ਮੰਮੀ ਮੈਂ ਤੁਹਾਨੂੰ ਸਕੇਟਿੰਗ ਕਰਵਾਵਾਂ। ਧੰਨਵਾਦ। ਨੈਕਸਟ, ਜੇ ਆਦਮੀ ਠੀਕ ਹੋ ਜਾਏ ਤਾਂ ਸੰਸਾਰ ਆਪੇ ਠੀਕ ਹੋ ਜਾਏਗਾ। ਇੱਕ ਘਰ 'ਚ ਇੱਕ ਬੱਚਾ ਆਪਣੇ ਡਾਕਟਰ ਪਿਤਾ ਦੇ ਕੰਮ 'ਚ ਵਿਘਨ ਪਾ ਰਿਹਾ ਸੀ। ਪਿਤਾ ਨੇ ਬੱਚਿਆਂ ਦੇ ਇੱਕ ਰਸਾਲੇ ਵਿੱਚੋਂ ਸੰਸਾਰ ਦਾ ਨਕਸ਼ਾ ਟੁਕੜੇ ਟੁਕੜੇ ਕਰ ਦਿੱਤਾ ਤੇ ਪੁੱਤਰ ਨੂੰ ਕਿਹਾ, ਇਹਦੇ ਟੁਕੜਿਆਂ ਨੂੰ ਜੋੜ ਕੇ ਵਿਖਾ। ਨਕਸ਼ੇ ਦੇ ਦੂਜੇ ਪਾਸੇ ਇੱਕ ਪ੍ਰਸਿੱਧ ਖਿਡਾਰੀ ਦੀ ਤਸਵੀਰ ਸੀ। ਪਿਤਾ ਨੇ ਸੋਚਿਆ 2-3 ਘੰਟੇ ਤਾਂ ਲਾਏਗਾ ਹੀ, ਪਰ ਬੱਚਾ ਕੁਝ ਮਿੰਟਾਂ 'ਚ ਹੀ ਖਿਡਾਰੀ ਦੀ ਤਸਵੀਰ ਰਾਹੀਂ ਨਕਸ਼ਾ ਜੋੜ ਲਿਆਇਆ। ਪਿਤਾ ਨੇ ਪੁੱਛਿਆ, ਇੰਨੀ ਜਲਦੀ ਕਿਵੇਂ ਕੀਤਾ? ਪੁੱਤਰ ਨੇ ਕਿਹਾ, ਨਕਸ਼ੇ ਦੇ ਦੂਜੇ ਪਾਸੇ ਇੱਕ ਖਿਡਾਰੀ ਦਾ ਚਿੱਤਰ ਸੀ। ਮੈਂ ਸੋਚਿਆ ਜੇ ਆਦਮੀ ਠੀਕ ਬਣ ਗਿਆ ਤਾਂ ਸੰਸਾਰ ਦਾ ਨਕਸ਼ਾ ਆਪੇ ਠੀਕ ਹੋ ਜਾਏਗਾ। ਬੱਚੇ ਦੇ ਸਧਾਰਨ ਕਥਨ 'ਚ ਫਲਸਫੇ ਦੀ ਡੂੰਘਾਈ ਸੀ। ਧੰਨਵਾਦ। ਨੈਕਸਟ, ਰਾਜਨੀਤਿਕ ਵਿਹਾਰ ਕੀ ਹੁੰਦਾ ਹੈ? ਇੱਕ ਸ਼ੇਰ ਨੇ ਚੀਤੇ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ? ਹਜ਼ੂਰ, ਤੁਸੀਂ ਹੋ, ਹੋਰ ਕੋਈ ਹੋ ਹੀ ਨਹੀਂ ਸਕਦਾ। ਸ਼ੇਰ ਨੇ ਬਾਂਦਰ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ? ਹਜ਼ੂਰ, ਮਹਾਰਾਜ, ਤੁਹਾਡੇ ਤੋਂ ਸਿਵਾਏ ਕੌਣ ਹੋ ਸਕਦਾ ਹੈ? ਸ਼ੇਰ ਨੇ ਹਾਥੀ ਨੂੰ ਪੁੱਛਿਆ, ਜੰਗਲ ਦਾ ਰਾਜਾ ਕੌਣ ਹੈ? ਹਾਥੀ ਨੇ ਆਪਣੀ ਸੁੰਡ ਨਾਲ ਸ਼ੇਰ ਨੂੰ ਲਪੇਟਿਆ ਤੇ ਦਰਖਤ ਨਾਲ ਵਗਾ ਮਾਰਿਆ।
फिर चुक्या तो उपर वाल उछाल दिता, फिर चुक्या जमीन नाल पटका मारिया। शेर ने मिट्टी झाड़ दें कि हाथी जी जे जवाब नहीं आउंदा तो कोई गल नहीं, पर घर आए मेहमान नाल बदसलूकी तो ना करो। ये शेर दा राजनीतिक विहार सी। धन्यवाद। नैक्सट, एक स्त्री विआह तो बाद 1 महीने विच ही विधवा हो गई सी। पति फौज विच सी। कारगिल दी लड़ाई च लापता करार दे दिता गया। 2 साल मगरों मापिया ने दूजा विआह कर दिता। जदों मां बनन वाली सी तां पहला पति वापस मुड़ आया। वो किस कोल रहे? पंचायत बैठी। पंचायत ने फैसला किया कि उन्होंने पहले पति नाल रहना चाहिदा सी। किसी ने उस औरत की मर्जी नहीं सी पुछी। पुरुष होर तरह फैसला करते हैं, इस्त्रियां होर तरह। ਉਹਦਾ पहले पति नाल रहन का फैसला पुरुषां ने किया सी। इस्त्री ने किस पति नाल रहना है फैसला इस्त्री नूं करन देना चाहिदा सी, क्योंकि नाल रहना उसने सी। धन्यवाद। नैक्सट, एक आदमी ने प्रसिद्ध यूनानी फिलासफर सुकरात नूं कहा, तुहानूं पता है तुहाडे एक शागिर्द ने की कीता? सुन के सुकरात ने पूछा, पहला ये दस, जो तू कहन लग्या है वो पूर्ण भांत सही ते सच है? उन्हें कहा, मैं केवल सुनिया है, पता नहीं सही है, सच है कि झूठ है। सुकरात ने पूछा, जो दसन लग्या कि वो चंगी गल है? उन्हें कहा, नहीं, चंगी गल नहीं। सुकरात ने पूछा, जो तू दसन लग्या है कि ਉਹਦਾ मैनू लाभ होएगा? उन्हें कहा, नहीं, लाभ नहीं होएगा, पर गल दसनी जरूरी है। सुकरात ने कहा, जाणदियां होयां भी कि गल सच्ची नहीं, चंगी नहीं, लाभकारी नहीं, पर तू फिर भी दसन की जिद कर रहा। ना दस, रहन दे, मैं सुनना नहीं चाहता। धन्यवाद। नैक्सट, संपूर्णता अकाऊ हुंदी है, बनावटी लगती है, सुभाविकता नूं मारदी है। एक मंदिर दे नाल बगीचा सी। पता लगा शाम नूं राजा मंदिर जाएगा। पुरोहित ने बगीचा साफ किया, करवाया, झाड़ियां कट्टियां, कख पत्ते चुके ते सारा बगीचा सब पक्षां तो पूरी तरह साफ कर दिता। एक भी कख पत्ता डिग्या होया ना रहन दिता। राजे ने वेख्या, बगीचे की प्रशंसा की, पर कहा कुछ घाट है। नाल आया एक साधु वेख रहा सी। एक दरख्त उपर चढ़ गया, टाणियां हिलाइयां, कुछ पत्ते थले डिग पे। राजे ने कहा, पहला चंगा लग्या सी, हुण सुभाविक भी लगता है। धन्यवाद। नैक्सट, एक बादशाह के दरबार च एक विदेशी पतवंता आया, जिन्हें अपनी भाषा विच अपने नाल होए दुर्व्यवहार की शिकायत लाई ते बादशाह नूं गालां भी कढ़ियां। बादशाह ने अपने एक वजीर नूं पुछया कि वह की कह रहा सी। वजीर ने उहदियां गालां बारे ना दस्सिया ते कहा कि वह अपने नाल होए दुर्व्यवहार संबंधी इंसाफ की मंग कर रहा सी। कोलों एक होर वजीर बोल पिया, जिन्हें कहा कि वजीर झूठ बोल रहे, मैं सच दसदा। इस दूजे वजीर ने विदेशी नाल दुर्व्यवहार होने बारे शिकायत की गल ना की, पर उस वलों बादशाह नूं कढ़ियां गालां दोहरा दित्तियां। बादशाह दूर अंदेश सी। उन्हें विदेशी दीयां समस्यावां हल कीतियां ते उहनूं दस्सिया कि गलतफहमी कारण उस नाल विहार ठीक नहीं होया ते उन्हें विदेशी नूं शाम नूं चाह ते बुलाया। बादशाह ने मगरों गालां बारे दस्सण वाले वजीर नूं झाड़ पाउंदियां कहा कि भावें पहले वजीर ने सारी गल नहीं सी दसी, पर उसकी मनशा मैनूं पीड़ित करन वालियां गालां सुनाउण तो बचाउणा सी। तू भावें सच बोलिया, पर तेरा उद्देश सच बोलना नहीं सी, मैनूं गालां सुना के पीड़ित करना सी। धन्यवाद। नैक्सट, पंजाब के एक प्रसिद्ध मुख मंत्री नूं उहदा बचपन का दोस्त मिलिया। उहदा अपना शहर, डिप्टी कमिश्नर ते दफ्तर कोई कम सी। मुख मंत्री ने उन्होंने कहा कि बुधवार मैं उत्थे पहुंचना, तू उत्थे आ जाए। बुधवार नूं जिले के सारे अफसर उत्थे हाज़र सन। मुख मंत्री ने कार च उतर के अपने बचपन के दोस्त नूं गलवक्कड़ी पाई ते सारियां नाल जान पहचान कराउंदियां केवल इन्ना ही कहा कि मेरा बचपन का बड़ा गूढ़ा दोस्त है। अगले दिन वो जिधर गया उसदा काम हो ही गया। ये उस मुख मंत्री की काम करन दी जुगत सी। धन्यवाद। नैक्सट, एक व्यक्ति शहर के दूजे पासे अपने साथियों नूं मिलन जा रहा सी। वो चलिया ही देर नाल सी, गर्मी भी बड़ी सी, तुरदा तुरदा थक गया, प्यास लगी हुई सी। गर्मी ते थकावट कारण उन्हें सोचा, मैं अपने साथियों नूं क्यों मिलन जा रहा।
ਉਹ ਤਾਂ ਕਦੇ ਮਿਲਣ ਨਹੀਂ ਆਏ। ਪਿਛਲੇ ਹਫ਼ਤੇ ਹੀ ਤਾਂ ਉਹਨਾਂ ਨੂੰ ਮਿਲਿਆ ਸੀ। ਇਹਨਾਂ ਸੋਚਾਂ ਨਾਲੋਂ ਬੇਧਿਆਨਾ ਹੋ ਕੇ ਟੁਰ ਰਿਹਾ ਸੀ। ਅਚਾਨਕ ਉਹਨੂੰ ਠੁੱਡਾ ਲੱਗਾ, ਪੈਰ 'ਤੇ ਸੱਟ ਲੱਗ ਗਈ। ਵੇਖਿਆ ਇੱਕ ਪੱਥਰ ਸੀ, ਪੱਥਰ ਨੇ ਰਸਤਾ ਰੋਕਿਆ ਹੋਇਆ ਸੀ। ਇਹ ਪੱਥਰ ਕਿੱਥੋਂ ਆ ਗਿਆ? ਇਹ ਜ਼ਰੂਰ ਮੇਰੇ ਦੁਸ਼ਮਣਾਂ ਨੇ ਰੱਖਿਆ ਹੋਏਗਾ। ਚਾਹੁੰਦੇ ਹਨ ਕਿ ਮੈਨੂੰ ਠੁੱਡਾ ਲੱਗੇ, ਮੈਂ ਡਿੱਗ ਕੇ ਮਰ ਜਾਵਾਂ। ਉਹਨੂੰ ਲੱਗਿਆ ਪੱਥਰ ਨੇ ਉਹਦਾ ਸਾਰਾ ਰਾਹ ਰੋਕਿਆ ਹੋਇਆ ਸੀ। ਉਹਦੀ ਇਸ ਸੋਚ ਕਾਰਨ ਉਹ ਪੱਥਰ ਹੋਰ ਵੱਡਾ ਹੋ ਗਿਆ ਸੀ। ਪੱਥਰ ਬੜਾ ਕੋਝਾ ਲੱਗ ਰਿਹਾ ਸੀ। ਉਹ ਪੱਥਰ ਉਹਨੂੰ ਆਪਣੇ 'ਤੇ ਹੱਸ ਰਿਹਾ ਪ੍ਰਤੀਤ ਹੋਇਆ। ਪੈਰ ਦੀ ਸੱਟ ਕਾਰਨ ਉਹ ਭੁੱਲ ਹੀ ਗਿਆ ਕਿ ਉਹ ਕਿੱਥੇ ਜਾ ਰਿਹਾ ਸੀ। ਆਪਣੇ ਗੁਆਂਢੀ ਨੂੰ ਕੋਸ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਉਹ ਆ ਕੇ ਪੱਥਰ ਰੱਖ ਗਿਆ ਹੋਏਗਾ। ਉਹ ਗੁੱਸੇ 'ਚ ਗੁਆਂਢੀ ਨੂੰ ਗਾਲਾਂ ਕੱਢ ਰਿਹਾ ਸੀ। ਇੱਕ ਜਾਣੂ ਇਸਤਰੀ ਉੱਥੋਂ ਲੰਘੀ। ਉਹਨੇ ਸਾਰੀ ਗੱਲ ਉਸ ਇਸਤਰੀ ਨੂੰ ਸੁਣਾਈ। ਇਸਤਰੀ ਨੇ ਉਹ ਪੱਥਰ ਚੁੱਕ ਕੇ ਇੱਕ ਪਾਸੇ ਸੁੱਟ ਦਿੱਤਾ। ਉਹ ਵਿਅਕਤੀ ਹੈਰਾਨ ਹੋ ਕੇ ਪੁੱਛ ਰਿਹਾ ਸੀ, ਇਹ ਪੱਥਰ ਇੰਨਾ ਛੋਟਾ ਕਿਵੇਂ ਹੋ ਗਿਆ? ਇਸਤਰੀ ਨੇ ਕਿਹਾ, ਇਹ ਤਾਂ ਛੋਟਾ ਹੀ ਸੀ, ਪਰ ਤੇਰੀ ਨਫ਼ਰਤ, ਸੰਕੀਰਨਤਾ, ਗਾਲਾਂ ਤੇ ਗੁੱਸੇ ਨੇ ਇਹ ਵੱਡਾ ਬਣਾ ਦਿੱਤਾ ਸੀ। ਧੰਨਵਾਦ। ਨੈਕਸਟ। ਇੱਕ ਪਿੰਡ ਦੇ ਸਕੂਲ ਦਾ ਇੱਕ ਵਿਦਿਆਰਥੀ ਅਮਰੀਕਾ ਵਿੱਚ ਪ੍ਰਸਿੱਧ ਡਾਕਟਰ ਵਜੋਂ ਸਫਲ ਤੇ ਖੁਸ਼ਹਾਲ ਹੋ ਕੇ ਪਿੰਡ ਦੇ ਸਕੂਲ ਦੇ ਆਪਣੇ ਅਧਿਆਪਕ ਸ਼ੀਸ਼ਾ ਸਿੰਘ ਨੂੰ ਮਿਲਣ ਆਇਆ। ਪਤਾ ਲੱਗਾ ਮਾਸਟਰ ਜੀ 5 ਸਾਲ ਪਹਿਲਾਂ ਆਪਣੇ ਘਰੋਂ ਚਲੇ ਗਏ ਸਨ। ਸਰਪੰਚ ਨੂੰ ਮਿਲਿਆ, ਜਿਹਨੇ ਦੱਸਿਆ ਮਾਸਟਰ ਜੀ ਦੀ 15 ਏਕੜ ਜ਼ਮੀਨ ਸੀ। ਉਹਨੇ ਵੱਡਾ ਘਰ ਪਾਇਆ ਸੀ, ਪਰ ਉਹਨਾਂ ਨੂੰ ਉਸ ਘਰ 'ਚ ਕਿਸੇ ਨੇ ਰਹਿਣ ਨਾ ਦਿੱਤਾ। ਇਕਲੌਤਾ ਅਨਪੜ੍ਹ ਪੁੱਤਰ ਲੋਕਾਂ ਸਾਹਮਣੇ ਪਿਤਾ ਦੀ ਬੇਇੱਜ਼ਤੀ ਕਰ ਦਿੰਦਾ ਸੀ ਤੇ ਉਹ ਤੋਂ ਮੁਜਾਰਿਆਂ ਵਾਂਗ ਕੰਮ ਕਰਵਾਉਂਦਾ ਸੀ। ਪੋਤੇ ਦਾਦੇ ਦੀ ਪੱਗ ਲਾ ਦਿੰਦੇ ਸਨ। ਨੂੰਹ ਸਹੁਰੇ ਨੂੰ ਰੋਟੀ ਦੇਣੀ ਭੁੱਲ ਜਾਂਦੀ ਸੀ। ਬਾਹਰੋਂ ਆਇਆ ਡਾਕਟਰ ਮਾਸਟਰ ਜੀ ਲਈ ਕਈ ਚੀਜ਼ਾਂ ਲਿਆਇਆ ਸੀ। ਉਹ ਮਾਸਟਰ ਜੀ ਦੀ ਸਲਾਹ ਨਾਲ ਪਿੰਡ ਲਈ ਕੁਝ ਕਰਨਾ ਚਾਹੁੰਦਾ ਸੀ। ਉਹ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਬਣਾਉਣਾ ਚਾਹੁੰਦਾ ਸੀ। ਪਤਾ ਲੱਗਿਆ ਸ਼ੀਸ਼ਾ ਸਿੰਘ ਦੇ ਸੇਵਾ ਮੁਕਤ ਹੋਣ ਕਾਰਨ ਸਕੂਲ ਬੰਦ ਹੋਣ ਕਿਨਾਰੇ ਸੀ। ਡਾਕਟਰ ਇਹ ਸਭ ਕੁਝ ਸੁਣ ਕੇ ਸੁੰਨ ਹੋ ਗਿਆ। ਬਿਨਾਂ ਕੁਝ ਬੋਲੇ ਭਰੀਆਂ ਹੋਈਆਂ ਅੱਖਾਂ ਨਾਲ ਵਾਪਸ ਚਲਾ ਗਿਆ। ਡਾਕਟਰ ਨੇ ਕਲਯੁੱਗ ਦੀਆਂ ਜਿਹੜੀਆਂ ਕਥਾਵਾਂ ਤੇ ਨਿਸ਼ਾਨੀਆਂ ਸੁਣੀਆਂ ਸਨ, ਉਸ ਪਿੰਡ 'ਚ ਪ੍ਰਤੱਖ ਵਿਖਾਈ ਦੇ ਰਹੀਆਂ ਸਨ। ਧੰਨਵਾਦ। ਨੈਕਸਟ। ਇੱਕ ਸੁੰਨੇ ਰਸਤੇ 'ਤੇ ਗੱਡੀ ਰੁਕੀ ਰਹੀ। ਸਵੇਰ ਤੋਂ ਸ਼ਾਮ ਪੈ ਗਈ ਸੀ। ਪਹਿਲਾਂ ਸਵਾਰੀਆਂ ਨੇ ਕਾਰਨ ਜਾਣਨਾ ਚਾਹਿਆ, ਕੁਝ ਪਤਾ ਨਾ ਲੱਗਿਆ। ਫਿਰ ਸ਼ਿਕਾਇਤਾਂ ਹੋਣ ਲੱਗ ਪਈਆਂ। ਕਿਸੇ ਨੇ ਦੱਸਿਆ ਬੰਬ ਨਾਲ ਲਾਈਨ ਉਡਾਈ ਗਈ ਸੀ। ਸਾਰੇ ਆਪਣੇ ਬਚ ਜਾਣ 'ਤੇ ਪ੍ਰਸੰਨ ਸਨ। ਮੌਸਮ ਚੰਗਾ ਸੀ। ਸਾਰੇ ਉਤਰ ਕੇ ਟਹਿਲਣ ਲੱਗ ਪਏ, ਫਿਰ ਖੇਡਣ ਲੱਗ ਪਏ। ਇਸਤਰੀਆਂ ਪੁਰਸ਼ਾਂ ਦੀ ਆਪਸ ਵਿੱਚ ਦਿਲਚਸਪੀ ਜਾਗ ਪਈ। ਕਿਸੇ ਕੋਲ ਜੋ ਵੀ ਖਾਣ ਪੀਣ ਵਾਲਾ ਸੀ ਸਭ ਪ੍ਰਸ਼ਾਦ ਵਾਂਗ ਵੰਡਿਆ ਗਿਆ। ਸਾਰੇ ਘੁਲ ਮਿਲ ਗਏ ਸਨ। ਨੇੜੇ ਦੇ ਪਿੰਡੋਂ ਗੁੜ ਬਣਨ ਦੀ ਖੁਸ਼ਬੂ ਆ ਰਹੀ ਸੀ। ਪਿੰਡ ਵਾਲੇ ਆ ਗਏ, ਗੁੜ ਖਵਾਇਆ। ਸਾਰਿਆਂ ਨੂੰ ਚਾਹ ਨਹੀਂ, ਦੁੱਧ ਪਿਆਇਆ। ਇਵੇਂ ਅਚਾਨਕ ਉਪਜੀ ਸਮੱਸਿਆ ਤੇ ਮੁਸੀਬਤ ਸਾਰਿਆਂ ਦੇ ਸਹਿਯੋਗ ਨਾਲ ਹਰ ਕਿਸੇ ਲਈ ਇੱਕ ਯਾਦਗਾਰੀ ਅਨੁਭਵ ਬਣ ਗਈ। ਧੰਨਵਾਦ। ਨੈਕਸਟ। ਬਿਨਾਂ ਕਿਸੇ ਕਾਰਨ ਕਿਸੇ 'ਤੇ ਸ਼ੱਕ ਕਰਨਾ ਠੀਕ ਨਹੀਂ ਹੁੰਦਾ। ਸਾਡੀ ਆਦਤ ਵਿਸ਼ਵਾਸ ਕਰਨ ਵਾਲੀ ਹੋਣੀ ਚਾਹੀਦੀ ਹੈ, ਪਰ ਹੈ ਇਹ ਸ਼ੱਕ ਕਰਨ ਵਾਲੀ। ਸਮੁੰਦਰ ਦੇ ਕਿਨਾਰੇ ਇੱਕ ਪਰਿਵਾਰ ਪਿਕਨਿਕ ਮਨਾ ਰਿਹਾ ਸੀ। ਬੱਚੇ ਪਾਣੀ ਦੀਆਂ ਛੱਲਾਂ ਨਾਲ ਖੇਡ ਰਹੇ ਸਨ। ਚਿੱਟੇ ਵਾਲਾਂ ਤੇ ਚਿੱਟੇ ਨੈਣ ਨਕਸ਼ਾਂ ਵਾਲੀ ਇੱਕ ਇਸਤਰੀ ਇੱਕ ਥੈਲੇ 'ਚ ਕੁਝ ਚੁੱਕ ਕੇ ਪਾਉਂਦੀ ਹੋਈ ਉਹਨਾਂ ਵੱਲ ਆਈ। ਮਾਪਿਆਂ ਨੇ ਬੱਚਿਆਂ ਨੂੰ ਬੁਲਾ ਕੇ ਕਿਹਾ, ਉਸ ਔਰਤ ਦੇ ਨੇੜੇ ਨਾ ਜਾਣ। ਉਹ ਇਸਤਰੀ ਨੇੜੇ ਆਈ। ਉਹਨੇ ਪਰਿਵਾਰ ਵੱਲ ਵੇਖਿਆ, ਮੁਸਕਰਾਈ, ਪਰ ਪਰਿਵਾਰ ਨੇ ਜਾਣਬੁੱਝ ਕੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਉਹ ਜਿਵੇਂ ਦੂਰੋਂ ਆਈ ਸੀ ਉਵੇਂ ਦੂਰ ਚਲੀ ਗਈ। ਕੁਝ ਦਿਨਾਂ ਮਗਰੋਂ ਇੱਕ ਹੋਟਲ 'ਚ ਕਿੱਟੀ ਪਾਰਟੀ 'ਚ ਉਸ ਇਸਤਰੀ ਦੀ ਗੱਲ ਚੱਲ ਪਈ। ਪਤਾ ਲੱਗਿਆ ਉਹ ਵਿਧਵਾ ਇਸਤਰੀ ਇੱਕ ਸਕੂਲ 'ਚ ਅਧਿਆਪਕਾ ਸੀ। ਉਹ ਸਮੁੰਦਰ ਦੇ ਕਿਨਾਰੇ ਕੱਚ ਦੇ ਟੁਕੜੇ ਚੁੱਕਦੀ ਰਹਿੰਦੀ ਸੀ ਤਾਂ ਕਿ ਬੱਚਿਆਂ ਦੇ ਪੈਰਾਂ ਵਿੱਚ ਨਾ ਲੱਗਣ, ਉਹਨਾਂ ਨੂੰ ਜ਼ਖਮੀ ਨਾ ਕਰਨ, ਕਿਉਂਕਿ ਉਹਦੇ ਆਪਣੇ ਇਕਲੌਤੇ ਬੱਚੇ ਦੀ ਸਮੁੰਦਰ ਦੇ ਉਸ ਕਿਨਾਰੇ 'ਤੇ ਕੱਚ ਚੁਭਣ ਨਾਲ ਮੌਤ ਹੋ ਗਈ ਸੀ। ਧੰਨਵਾਦ। ਨੈਕਸਟ। ਪਿਆਰ, ਸਨਮਾਨ, ਅਪਮਾਨ ਤੋਂ ਮੁਕਤ ਹੁੰਦਾ ਹੈ। ਇੱਕ ਵਾਰੀ ਕ੍ਰਿਸ਼ਨ ਦਾ ਸਿਰ ਦਰਦ ਕਰਨ ਲੱਗ ਪਿਆ। ਉਹਨੇ ਆਪ ਹੀ ਕਿਹਾ ਕਿ ਮੇਰੇ ਸ਼ਰਧਾਲੂਆਂ ਦੇ ਚਰਨਾਂ ਦੀ ਧੂੜ ਮਲਣ ਨਾਲ ਠੀਕ ਹੋਏਗਾ। ਨਾਰਦ ਜੀ ਸ਼ਰਧਾਲੂ ਪੰਡਤਾਂ ਕੋਲ ਗਏ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗੀ। ਕਿਸੇ ਨੇ ਵੀ ਨਾ ਦਿੱਤੀ ਤੇ ਕਿਹਾ, ਜੇ ਕ੍ਰਿਸ਼ਨ ਨੇ ਸਾਡੇ ਚਰਨਾਂ ਦੀ ਧੂੜ ਆਪਣੇ ਮੱਥੇ 'ਤੇ ਮਲੀ ਤਾਂ ਅਸੀਂ ਪਾਪ ਦੇ ਭਾਗੀ ਹੋਵਾਂਗੇ। ਨਾਰਦ ਗੋਪੀਆਂ ਕੋਲ ਗਿਆ ਤੇ ਦੱਸਿਆ ਕਿ ਕ੍ਰਿਸ਼ਨ ਦੇ ਸਿਰ ਦਰਦ ਨੂੰ ਦੂਰ ਕਰਨ ਲਈ ਉਹਨਾਂ ਦੇ ਚਰਨਾਂ ਦੀ ਧੂੜ ਚਾਹੀਦੀ ਹੈ। ਗੋਪੀਆਂ ਉਸੇ ਵੇਲੇ ਝੁੱਕ ਕੇ ਇੱਕ ਦੂਜੀ ਦੇ ਚਰਨਾਂ ਦੀ ਧੂੜ ਇਕੱਠੀ ਕਰਨ ਲੱਗ ਪਈਆਂ।
ਉਹ ਧੂੜ ਇਕੱਠੀ ਕਰਦੀਆਂ ਗਾ ਰਹੀਆਂ ਸਨ, ਸਭ ਕੁਝ ਕ੍ਰਿਸ਼ਨ ਦਾ ਹੈ, ਧੂੜ ਵੀ ਕ੍ਰਿਸ਼ਨ ਦੀ ਹੈ, ਅਸੀਂ ਵੀ ਕ੍ਰਿਸ਼ਨ ਦੀਆਂ ਹਾਂ। ਜਦੋਂ ਦਾ ਕ੍ਰਿਸ਼ਨ ਗੋਕਲ ਗਿਆ ਸੀ, ਉਹ ਉਹਦੇ ਦਰਸ਼ਨਾਂ ਲਈ ਵਿਆਕੁਲ ਹੋ ਰਹੀਆਂ ਸਨ। ਉਹ ਚਰਨ ਧੂੜ ਤੇ ਦੇ ਥਾਲਾਂ ਨਾਲ ਨੱਚਦੀਆਂ ਗਾਉਂਦੀਆਂ ਕਹਿ ਰਹੀਆਂ ਸਨ, ਸਾਡਾ ਮਨ, ਸਾਡਾ ਸਰੀਰ ਕ੍ਰਿਸ਼ਨ ਕੋਲ ਹੈ। ਜਾਵੇ ਜਾਂ ਨਾਰਦ, ਅਸੀਂ ਆਪਣੇ ਹੱਥਾਂ ਨਾਲ ਕ੍ਰਿਸ਼ਨ ਦੇ ਮੱਥੇ ਆਪਣੀ ਚਰਨ ਧੂੜ ਲਾਵਾਂਗੇ। ਜੋ ਪੰਡਤ ਨਹੀਂ ਜਾਣ ਸਕੇ ਸਨ, ਉਹ ਜਾਣ ਗਈਆਂ ਸਨ ਕਿ ਕ੍ਰਿਸ਼ਨ ਨੇ ਸਿਰ ਦਰਦ ਦਾ ਨਾਟਕ ਰਚ ਕੇ ਉਹਨਾਂ ਗੋਪੀਆਂ ਨੂੰ ਆਪਣੇ ਕੋਲ ਬੁਲਾਇਆ ਸੀ। ਗੋਪੀਆਂ ਪਿਛਲੇ ਜਨਮ ਦੇ ਰਿਸ਼ੀ ਮੁਨੀ ਸਨ। ਉਹਨਾਂ ਨੂੰ ਕ੍ਰਿਸ਼ਨ ਦਾ ਸਾਥ ਮੰਨਣ ਲਈ ਗੋਪੀਆਂ ਵਾਲਾ ਜਨਮ ਮਿਲਿਆ ਸੀ। ਕ੍ਰਿਸ਼ਨ ਪ੍ਰਤੀ ਪ੍ਰੇਮ ਕਈਆਂ ਨੇ ਪ੍ਰਗਟਾਇਆ, ਪਰ ਸਭ ਤੋਂ ਵੱਧ ਸਫਲ ਗੋਪੀਆਂ ਹੋਈਆਂ। ਪੰਡਤ ਸਨਮਾਨ ਅਪਮਾਨ ਦੀ ਦੁਬਿਧਾ 'ਚ ਫਸੇ ਰਹੇ। ਗੋਪੀਆਂ ਕ੍ਰਿਸ਼ਨ ਪ੍ਰਤੀ ਪਿਆਰ ਦੀ ਧੁਨ 'ਚ ਪੱਕੀਆਂ ਰਹੀਆਂ। ਧੰਨਵਾਦ। ਨੈਕਸਟ, ਕੀ ਪਸ਼ੂ ਵੀ ਪਿਆਰ ਕਰਦੇ ਹਨ? ਪਿਆਰ ਦੇ ਅਰਥ ਹਰ ਨਸਲ ਤੇ ਹਰ ਜੀਵ ਲਈ ਵੱਖਰੇ ਹੁੰਦੇ ਹਨ। ਪਸ਼ੂਆਂ ਵਿੱਚ ਵੀ ਪਿਆਰ ਕਰਨ ਦੀਆਂ ਬੜੀਆਂ ਅਦਭੁਤ ਮਿਸਾਲਾਂ ਮਿਲਦੀਆਂ ਹਨ। ਦੋ ਬਿੱਲੀਆਂ ਦਾ ਆਪਸ 'ਚ ਬੜਾ ਪਿਆਰ ਸੀ। ਉਹ ਹਰ ਥਾਂ ਹਰ ਵੇਲੇ ਇਕੱਠੀਆਂ ਰਹਿੰਦੀਆਂ ਸਨ। ਜਦੋਂ ਵੀ ਕਿਧਰੇ ਜਾਂਦੀਆਂ ਅੱਗੇ ਪਿੱਛੇ ਹੋ ਕੇ ਜਾਂਦੀਆਂ, ਜੋ ਖਾਂਦੀਆਂ ਰਲ ਕੇ ਵੰਡ ਕੇ ਖਾਂਦੀਆਂ। ਉਂਝ ਉਹ ਬੜੀਆਂ ਖੂੰਖਾਰ ਸਨ, ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀਆਂ, ਪਰ ਇੱਕ ਦੂਜੀ ਦੀ ਪੂਰੀ ਰੱਖਿਆ ਕਰਦੀਆਂ ਸਨ। ਇੱਕ ਇਸਤਰੀ ਨੇ ਆਪਣੇ ਘਰ 'ਚ ਚੂਹਿਆਂ ਕਾਰਨ ਉਹਨਾਂ ਨੂੰ ਰੱਖ ਲਿਆ। ਰੱਖਣਾ ਤਾਂ ਉਹ ਇੱਕ ਬਿੱਲੀ ਨੂੰ ਚਾਹੁੰਦੀ ਸੀ, ਪਰ ਦੋਹਾਂ ਦੇ ਸਲੀਕੇ ਤੋਂ ਪ੍ਰਭਾਵਿਤ ਹੋ ਕੇ ਉਹਨੇ ਦੋਵਾਂ ਨੂੰ ਰੱਖ ਲਿਆ। ਕੁਝ ਦਿਨਾਂ 'ਚ ਉਹਨੂੰ ਮਹਿਸੂਸ ਹੋਇਆ ਕਿ ਇੱਕ ਬਿੱਲੀ ਅੰਨ੍ਹੀ ਸੀ, ਪਰ ਪਤਾ ਨਹੀਂ ਸੀ ਲੱਗਦਾ ਕਿਹੜੀ ਅੰਨ੍ਹੀ ਸੀ। ਉਹਨਾਂ ਦੇ ਆਪਸੀ ਪਿਆਰ ਨੇ ਪਤਾ ਹੀ ਨਾ ਲੱਗਣ ਦਿੱਤਾ ਕਿ ਕਿਹੜੀ ਅੰਨ੍ਹੀ ਸੀ। ਧੰਨਵਾਦ। ਲੋਕਾਂ ਦੀ ਬਰਦਾਸ਼ਤ ਕਰਨ ਦੀ ਇੱਕ ਹੱਦ ਹੁੰਦੀ ਹੈ। ਮਿਸਰ ਵਿੱਚ ਕੈਲੀਓਪੈਟਰਾ ਦੇ ਪਿਤਾ ਰਾਜੇ ਨੂੰ ਉਹਦੀਆਂ ਦੂਜੀਆਂ ਧੀਆਂ ਨੇ ਕੈਦ ਕਰਕੇ ਆਪ ਰਾਜ ਕਰਨ ਦਾ ਯਤਨ ਕੀਤਾ। ਆਪ ਰਾਜ ਕਰਨ ਵਾਸਤੇ ਵੱਡੀ ਧੀ ਨੇ ਆਪਣੀਆਂ ਭੈਣਾਂ ਨੂੰ ਕੈਦ ਕਰ ਦਿੱਤਾ ਤੇ ਆਪਣੇ ਪਤੀ ਨੂੰ ਕਤਲ ਕਰਵਾ ਦਿੱਤਾ। ਹਰ ਰੋਜ਼ ਹੀ ਕਿਸੇ ਨਾ ਕਿਸੇ ਨੂੰ ਕਤਲ ਕੀਤਾ ਜਾਣ ਲੱਗ ਪਿਆ। ਉੱਪਰੋਂ ਥੱਲੇ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ। ਥੋੜ੍ਹੇ ਸਮੇਂ 'ਚ ਲੋਕ ਇੰਨਾ ਕੁਝ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਬਗਾਵਤ ਹੋ ਗਈ। ਤਖ਼ਤ 'ਤੇ ਬੈਠੀ ਧੀ ਮੌਤ ਦੇ ਘਾਟ ਉਤਾਰ ਦਿੱਤੀ ਗਈ ਤੇ ਕੈਦੀ ਰਾਜੇ ਨੂੰ ਮੁੜ ਗੱਦੀ 'ਤੇ ਬਿਠਾ ਦਿੱਤਾ ਗਿਆ। ਧੰਨਵਾਦ। ਨੈਕਸਟ, ਭਾਵੇਂ ਬੱਚੇ ਆਪਣੇ ਮਾਪਿਆਂ ਦਾ ਕਿਹਾ ਨਾ ਮੰਨਣ, ਪਰ ਉਹ ਕਿਸੇ ਹੱਥੋਂ ਆਪਣੇ ਮਾਪਿਆਂ ਦਾ ਅਪਮਾਨ ਸਹਿਣ ਨਹੀਂ ਕਰਦੇ। ਬੱਚੇ ਆਪਣੇ ਆਪ ਨੂੰ ਦੋਹਾਂ ਮਾਪਿਆਂ ਦਾ ਹਿੱਸਾ ਸਮਝਦੇ ਹਨ। ਜੇ ਤਲਾਕ ਉਪਰੰਤ ਪਤੀ ਜਾਂ ਪਤਨੀ ਆਪਣੇ ਪੁਰਾਣੇ ਜੀਵਨ ਸਾਥੀ ਦੀ ਬੱਚਿਆਂ ਸਾਹਮਣੇ ਨਿੰਦਾ ਕਰੇ ਤਾਂ ਹਰ ਬੱਚਾ ਸਮਝਦਾ ਉਹਦੀ ਨਿੰਦਾ ਹੋ ਰਹੀ ਹੈ। ਉਹ ਇਸ ਨਿੰਦਾ ਦਾ ਵਿਰੋਧ ਕਰਦੇ ਹਨ। ਜੇ ਪਿਤਾ ਹੋਰ ਵਿਆਹ ਕਰਵਾ ਲਏ ਤਾਂ ਇਸ ਨਾਲ ਉਹ ਆਪਣੀ ਮਾਂ ਦੀ ਬੇਇੱਜ਼ਤੀ ਹੋਈ ਮਹਿਸੂਸ ਕਰਦੇ ਹਨ ਤੇ ਨਵੀਂ ਮਾਂ ਨਾਲ ਤਾਲਮੇਲ ਨਹੀਂ ਉਸਾਰਦੇ। ਜੇ ਮਾਂ ਕਿਸੇ ਹੋਰ ਨਾਲ ਵਿਆਹ ਕਰਵਾ ਲਏ ਤਾਂ ਬੱਚੇ ਮਾਂ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦੇ। ਬੱਚਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਲਿਆ ਕੋਈ ਫੈਸਲਾ ਸਮੱਸਿਆ ਕੋਈ ਹੀ ਸੁਲਝਾਏਗਾ, ਪਰ ਅਨੇਕਾਂ ਨਵੀਆਂ ਸਮੱਸਿਆਵਾਂ ਪੈਦਾ ਕਰੇਗਾ। ਧੰਨਵਾਦ। ਨੈਕਸਟ, ਇੱਕ ਸਭਾ 'ਚ ਬੁੱਧ ਨੇ ਪ੍ਰਵਚਨ ਕਰਦਿਆਂ ਇੱਕ ਫੁੱਲ ਵਿਖਾਇਆ। ਹਰ ਕਿਸੇ ਨੇ ਆਪਣੇ ਢੰਗ ਨਾਲ ਉਸ ਫੁੱਲ ਦੀ ਵਿਆਖਿਆ ਕੀਤੀ। ਹਰ ਕਿਸੇ ਦਾ ਤਰਕ ਤੇ ਸਿਧਾਂਤ ਵੱਖਰਾ ਸੀ। ਇੰਨੇ ਵਿੱਚ ਮਹਾਕਸ਼ਪ ਨਾਂ ਦਾ ਵਿਅਕਤੀ ਉੱਠਿਆ। ਉਹ ਬੋਲਿਆ ਕੁਝ ਨਾ, ਕੇਵਲ ਮੁਸਕਰਾਇਆ। ਬੁੱਧ ਨੇ ਕਿਹਾ, ਤੂੰ ਇਹਨੂੰ ਠੀਕ ਸਮਝਿਆ ਹੈ। ਫੁੱਲ ਉਹਨੂੰ ਦੇ ਦਿੱਤਾ। ਉਹਦੀ ਮੁਸਕਰਾਹਟ 'ਚ ਖੇੜਾ ਸੀ। ਉਹਨੇ ਫੁੱਲ ਨੂੰ ਪ੍ਰਸੰਨਤਾ ਤੇ ਪ੍ਰਸ਼ੰਸਾ ਦੀ ਭਾਵਨਾ ਨਾਲ ਵੇਖਿਆ ਸੀ। ਉਹ ਫੁੱਲ ਨਾਲ ਇਕਸੁਰ ਹੋ ਗਿਆ ਸੀ। ਉਹ ਖਿੜ ਗਿਆ ਸੀ। ਉਹਨੇ ਫੁੱਲ ਦੀ ਬੋਲੀ 'ਚ ਕੇਵਲ ਮੁਸਕਰਾਹਟ ਨਾਲ ਆਪਣੀ ਗੱਲ ਦੱਸੀ ਸੀ। ਧੰਨਵਾਦ। ਨੈਕਸਟ, ਚੂਹਿਆਂ ਉੱਤੇ ਖੋਜ ਕਰਨ ਵਾਲੇ ਡਾਕਟਰ ਹਰ ਰੋਜ਼ ਨਵੇਂ ਐਲਾਨ ਕਰ ਰਹੇ ਸਨ। ਕੀ ਖਾਓ, ਕੀ ਨਾ ਖਾਓ, ਕੀ ਕਿੰਨਾ ਖਾਓ, ਕਿਵੇਂ ਖਾਓ, ਕਦੋਂ ਖਾਓ, ਕਿਵੇਂ ਨਾ ਖਾਓ, ਕਦੋਂ ਕੀ ਨਾ ਖਾਓ, ਕਿਸ ਨਾਲ ਕੀ ਨਾ ਖਾਓ, ਕਿਸ ਨਾਲ ਕਿਵੇਂ ਖਾਓ, ਕੀ ਹਰ ਰੋਜ਼ ਖਾਓ, ਕੀ ਕਦੇ ਨਾ ਖਾਓ, ਕੀ ਆਪ ਨਾ ਖਾਓ, ਕੀ ਹੋਰਾਂ ਨੂੰ ਨਾ ਖਵਾਓ, ਕੀ ਹੋਰਾਂ ਨੂੰ ਨਾ ਖਾਣ ਦਿਓ, ਕੀ ਹੋਰਾਂ ਨੂੰ ਨਾ ਖਵਾਉਣ ਦਿਓ। ਖਾਣ ਪੀਣ ਬਾਰੇ ਇੰਨੀ ਖੋਜ ਹੋ ਰਹੀ ਹੈ ਕਿ ਹੁਣ ਕੋਈ ਪਰਵਾਹ ਹੀ ਨਹੀਂ ਕਰਦਾ। ਧੰਨਵਾਦ। ਨੈਕਸਟ, ਜਦੋਂ ਕੋਈ ਰਿਵਾਜ਼ ਬਾਰ-ਬਾਰ ਵਿਘਨ ਪਾਵੇ, ਉਹ ਤਿਆਗ ਦਿੱਤਾ ਜਾਂਦਾ ਹੈ।
ਇੱਕ ਲੜਕੀ ਦਾ ਵਿਆਹ ਹੋਣਾ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਅਚਾਨਕ ਉਹਦੀ ਨਾਨੀ ਮਰ ਗਈ। ਬਜ਼ੁਰਗ ਜਨਾਨੀਆਂ ਨੇ ਕਿਹਾ ਬਦਸ਼ਗਨੀ ਹੋ ਗਈ ਹੈ, ਸੋ ਵਿਆਹ 1 ਸਾਲ ਅੱਗੇ ਪਾ ਦਿੱਤਾ। ਅਗਲੇ ਸਾਲ ਵਿਆਹ ਤੋਂ ਪਹਿਲੇ ਹਫ਼ਤੇ ਦਾਦਾ ਜੀ ਗੁਜ਼ਰ ਗਏ। ਬਜ਼ੁਰਗਾਂ ਨੇ ਕਿਹਾ ਬਦਸ਼ਗਨੀ ਹੋ ਗਈ। ਵਿਆਹ 1 ਸਾਲ ਹੋਰ ਮੁਲਤਵੀ ਕਰ ਦਿੱਤਾ। ਅਗਲੇ ਸਾਲ ਵਿਆਹ ਤੋਂ 1 ਮਹੀਨਾ ਪਹਿਲਾਂ ਤਾਈ ਗੁਜ਼ਰ ਗਈ। ਇਸ ਵਾਰੀ ਕਿਸੇ ਨੇ ਵਿਆਹ ਮੁਲਤਵੀ ਕਰਨ ਦੀ ਗੱਲ ਨਾ ਕੀਤੀ, ਸਗੋਂ ਸਾਰਿਆਂ ਨੇ ਕਿਹਾ ਦੁੱਖ ਸੁੱਖ ਤਾਂ ਲੱਗੇ ਰਹਿੰਦੇ ਹੈ, ਸੰਸਾਰ ਵੀ ਚੱਲਦਾ ਰਹਿੰਦਾ। ਦੋਹਾਂ ਧਿਰਾਂ ਦੇ ਸਹਿਯੋਗ ਨਾਲ ਵਿਆਹ ਹੋ ਗਿਆ। ਧੰਨਵਾਦ। ਨੈਕਸਟ। ਇੱਕ ਯੋਧੇ ਨੇ ਇੱਕ ਭਿਕਸ਼ੂ ਨੂੰ ਪੁੱਛਿਆ, ਨਰਕ ਤੇ ਸਵਰਗ 'ਚ ਕੀ ਅੰਤਰ ਹੈ? ਭਿਕਸ਼ੂ ਨੇ ਕਿਹਾ, ਮੈਂ ਤੇਰੇ ਵਰਗੇ ਦੈਂਤ ਉੱਤੇ ਆਪਣਾ ਵਕਤ ਖਰਾਬ ਨਹੀਂ ਕਰਨਾ ਚਾਹੁੰਦਾ। ਯੋਧੇ ਨੇ ਭਿਕਸ਼ੂ ਨੂੰ ਖੂਬ ਕੁਟਾਪਾ ਚਾੜਿਆ, ਗਾਲਾਂ ਵੀ ਕੱਢੀਆਂ। ਭਿਕਸ਼ੂ ਨੇ ਮੁਸਕਰਾਉਂਦੇ ਹੋਏ ਕਿਹਾ, ਗੁੱਸਾ ਹੀ ਨਰਕ ਹੈ। ਯੋਧੇ ਨੇ ਭਿਕਸ਼ੂ ਤੋਂ ਮਾਫ਼ੀ ਮੰਗੀ। ਭਿਕਸ਼ੂ ਨੇ ਕਿਹਾ, ਮਾਫ਼ੀ ਸਵਰਗ ਹੈ। ਧੰਨਵਾਦ। ਨੈਕਸਟ। ਇੱਕ ਗੈਸਟ ਹਾਊਸ ਵਿੱਚ ਉੱਥੇ ਮਹਿਮਾਨ ਵਜੋਂ ਠਹਿਰਨ ਵਾਲੇ ਵੱਡੇ ਅਫਸਰਾਂ ਲਈ ਟੈਨਿਸ ਖੇਡਣ ਦਾ ਪ੍ਰਬੰਧ ਸੀ। ਕਈ ਵਾਰੀ ਕੋਈ ਅਫਸਰ ਜਦੋਂ ਖੇਡਣ 'ਚ ਦਿਲਚਸਪੀ ਵਿਖਾਉਂਦਾ ਸੀ ਤਾਂ ਕੋਈ ਦੂਜਾ ਖਿਡਾਰੀ ਨਾ ਹੋਣ ਦੀ ਸੂਰਤ 'ਚ ਪ੍ਰਬੰਧਕਾਂ ਨੇ ਗੈਸਟ ਹਾਊਸ ਦੇ ਇੱਕ ਕਰਮਚਾਰੀ ਰੋਸ਼ਨ ਖਾਨ ਨੂੰ ਇਸ ਕੰਮ ਲਈ ਤਿਆਰ ਕਰਕੇ ਰੱਖਿਆ ਹੁੰਦਾ ਸੀ। ਉਹਨੂੰ ਖਿਡਾਰੀ ਵਾਲੀ ਵਰਦੀ ਪਵਾ ਕੇ ਖਿਡਾਇਆ ਜਾਂਦਾ ਸੀ। ਰੋਸ਼ਨ ਖਾਨ ਅਫਸਰਾਂ ਨਾਲ ਖੇਡਣ 'ਚ ਮਾਹਰ ਹੋ ਗਿਆ ਸੀ। ਇੱਕ ਵਾਰੀ ਕਿਸੇ ਹੋਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਇਆ ਤੇ ਲੋੜ ਪੈਣ 'ਤੇ ਉਸ ਨਾਲ ਰੋਸ਼ਨ ਖਾਨ ਨੂੰ ਖਿਡਵਾਇਆ ਗਿਆ, ਜਿਹੜਾ ਕਿੰਨੇ ਹੀ ਸਾਲਾਂ ਤੋਂ ਗੈਸਟ ਹਾਊਸ 'ਚ ਠਹਿਰਨ ਦੌਰਾਨ ਖੇਡਣ ਵਾਲੇ ਅਫਸਰਾਂ ਦੀ ਹਉਮੈ ਤੋਂ ਜਾਣੂ ਸੀ। ਰੋਸ਼ਨ ਖਾਨ ਨੇ ਡਿਪਟੀ ਕਮਿਸ਼ਨਰ ਨੂੰ 1 ਪੁਆਇੰਟ ਨਾਲ ਹਰਾ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ, ਕੋਈ ਚੰਗਾ ਜਿਹਾ ਖਿਡਾਰੀ ਲਿਆਓ, ਇਹ ਤਾਂ ਮੇਰੇ ਤੋਂ 1 ਪੁਆਇੰਟ ਨਾਲ ਹੀ ਜਿੱਤ ਸਕਿਆ। ਉੱਥੇ ਹਾਜ਼ਰ ਸਾਰੇ ਡਿਪਟੀ ਕਮਿਸ਼ਨਰ ਦੀ ਗੱਲ ਸੁਣ ਕੇ ਮੁਸਕਰਾਏ। ਰਾਤ ਨੂੰ ਖਾਣਾ ਖਾਂਦਿਆਂ ਕਮਿਸ਼ਨਰ ਨੇ ਮਹਿਮਾਨ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਰੋਸ਼ਨ ਖਾਨ ਜਿਸ ਅਫਸਰ ਨਾਲ ਵੀ ਖੇਡਦਾ ਆਪਣੀ ਨਿਪੁੰਨਤਾ ਲੁਕਾ ਕੇ ਖੇਡਦਾ ਹੈ, ਹਰ ਕਿਸੇ ਤੋਂ 1 ਪੁਆਇੰਟ ਨਾਲ ਹੀ ਜਿੱਤਦਾ ਹੈ ਤੇ ਕਿਸੇ ਨੂੰ ਵੀ ਉਹ ਖੇਡ ਵਿੱਚ ਆਪਣੀ ਉੱਚਤਾ ਤੇ ਨਿਪੁੰਨਤਾ ਦਾ ਅਹਿਸਾਸ ਨਹੀਂ ਹੋਣ ਦਿੰਦਾ। ਜਿਹੋ ਜਿਹਾ ਕੋਈ ਖਿਡਾਰੀ ਹੋਵੇ, ਇਹ ਉਹੋ ਜਿਹੀ ਖੇਡ ਖੇਡਦਾ ਹੈ। ਇਹ ਹਰ ਕਿਸੇ ਨੂੰ ਇਹੀ ਮਹਿਸੂਸ ਕਰਵਾਉਂਦਾ ਹੈ ਕਿ ਮੈਨੂੰ ਵੀ ਤੁਹਾਡੇ ਜਿੰਨੀ ਹੀ ਖੇਡ ਆਉਂਦੀ ਹੈ। ਇਵੇਂ ਉਹ ਹਰ ਕਿਸੇ ਦੀ ਹਉਮੈ ਦੀ ਰਾਖੀ ਕਰਦਾ ਹੈ। ਧੰਨਵਾਦ। ਨੈਕਸਟ। ਇੱਕ ਉਦਾਸ ਵਿਅਕਤੀ ਦੀ ਤਸਵੀਰ ਵੇਖੀ ਜਾ ਰਹੀ ਸੀ। ਵਕੀਲ ਨੇ ਕਿਹਾ, ਮੁਕੱਦਮਾ ਹਾਰ ਗਿਆ ਹੋਣਾ। ਅਧਿਆਪਕ ਨੇ ਕਿਹਾ, ਇਮਤਿਹਾਨ 'ਚੋਂ ਫੇਲ ਹੋ ਗਿਆ ਹੋਏਗਾ। ਬੈਂਕ ਮੈਨੇਜਰ ਨੇ ਕਿਹਾ, ਕਰਜ਼ਾ ਵਾਪਸ ਨਹੀਂ ਕੀਤਾ ਹੋਣਾ। ਬਜ਼ੁਰਗ ਕਹਿ ਰਿਹਾ ਸੀ, ਬੇਰੁਜ਼ਗਾਰ ਲੱਗਦਾ ਹੈ। ਡਾਕਟਰ ਨੇ ਕਿਹਾ, ਕਬਜ਼ੀ ਤੋਂ ਪੀੜਤ ਹੈ। ਇੰਜੀਨੀਅਰ ਨੇ ਕਿਹਾ, ਠੇਕੇ 'ਚ ਘਾਟਾ ਪਿਆ ਲੱਗਦਾ ਹੈ। ਇਸਤਰੀ ਨੇ ਕਿਹਾ, ਪਤਨੀ ਰੁੱਸ ਕੇ ਚਲੀ ਗਈ ਹੋਏਗੀ। ਮਨੋਵਿਗਿਆਨੀ ਨੇ ਕਿਹਾ, ਹੀਣਤਾ ਦੀ ਭਾਵਨਾ ਦਾ ਸ਼ਿਕਾਰ ਲੱਗਦਾ ਹੈ। ਪ੍ਰੋਹਤ ਨੇ ਕਿਹਾ, ਨਾਸਤਕ ਪ੍ਰਤੀਤ ਹੁੰਦਾ ਹੈ। ਰਾਏ ਦੇਣ ਦੀ ਇਸ ਪ੍ਰਵਿਰਤੀ ਨੂੰ ਵਿਸ਼ੇਸ਼ੱਗ ਗਿਆਨ ਕਹਿੰਦੇ ਹਨ। ਧੰਨਵਾਦ। ਨੈਕਸਟ। ਭੈੜੀਆਂ ਗੱਲਾਂ ਨੂੰ ਯਾਦ ਰੱਖਣਾ ਸੌਖਾ ਹੁੰਦਾ ਹੈ, ਚੰਗੀਆਂ ਯਾਦ ਨਹੀਂ ਰਹਿੰਦੀਆਂ। ਇੱਕ ਸਭਾ 'ਚ ਬੁੱਧ ਵਿਖਿਆਨ ਦੇ ਰਹੇ ਸਨ। ਇੱਕ ਵਿਅਕਤੀ ਨਿਰੰਤਰ ਵਿਘਨ ਪਾ ਰਿਹਾ ਸੀ, ਪਰੇਸ਼ਾਨ ਕਰ ਰਿਹਾ ਸੀ। ਅੰਤ ਨੂੰ ਉਹ ਬੁੱਧ ਨੂੰ ਗਾਲਾਂ ਕੱਢ ਕੇ ਦੌੜ ਗਿਆ। ਸ਼ਰਧਾਲੂਆਂ ਨੂੰ ਫੜਨ ਲਈ ਮਗਰ ਦੌੜੇ, ਬੁੱਧ ਨੇ ਰੋਕ ਦਿੱਤੇ। ਕੁਝ ਦਿਨਾਂ ਮਗਰੋਂ ਵਿਅਕਤੀ ਫੇਰ ਆਇਆ, ਸ਼ਰਧਾਲੂਆਂ ਨੇ ਫੜ ਲਿਆ। ਬੁੱਧ ਨੇ ਪੁੱਛਿਆ, ਕਿਉਂ ਫੜਿਆ? ਦੱਸਿਆ, ਇਹਨੇ ਪਿਛਲੇ ਮਹੀਨੇ ਤੁਹਾਨੂੰ ਗਾਲਾਂ ਕੱਢੀਆਂ ਸੀ। ਕਿਹੜੀਆਂ ਗਾਲਾਂ ਕੱਢੀਆਂ ਸੀ? ਸ਼ਰਧਾਲੂਆਂ ਨੇ ਸਾਰੀਆਂ ਗਾਲਾਂ ਦੁਹਰਾ ਦਿੱਤੀਆਂ। ਬੁੱਧ ਨੇ ਪੁੱਛਿਆ, ਉਸ ਦਿਨ ਪ੍ਰਵਚਨ 'ਚ ਮੈਂ ਕੀ ਕਿਹਾ ਸੀ? ਹਾਜ਼ਰ ਸ਼ਰਧਾਲੂਆਂ 'ਚੋਂ ਕਿਸੇ ਨੂੰ ਯਾਦ ਨਹੀਂ ਸੀ। ਧੰਨਵਾਦ। ਨੈਕਸਟ। ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ। ਹੜਤਾਲਾਂ ਮੁਜ਼ਾਹਰੇ ਹੋ ਰਹੇ ਸਨ। ਸੱਤਿਆਗ੍ਰਹਿ 'ਚ ਹਜ਼ਾਰਾਂ ਲੋਕ ਜੇਲ੍ਹਾਂ 'ਚ ਜਾ ਰਹੇ ਸਨ। ਇੱਕ ਪੰਡਤ ਕਹਿ ਰਿਹਾ ਸੀ, ਅਸੀਂ ਇਸ ਦੇਸ਼ ਦੇ ਹਜ਼ਾਰਾਂ ਸਾਲ ਰਾਜ ਕੀਤਾ ਹੈ। ਸਾਰੀ ਜਨਤਾ ਨੂੰ ਅਸੀਂ ਆਪਣੀ ਸੇਵਾ 'ਚ ਲਾਈ ਰੱਖਿਆ। ਜਾਤਾਂ ਪਾਤਾਂ ਗੋਤਾਂ 'ਚ ਵੰਡ ਕੇ ਅਸੀਂ ਲੋਕਾਂ ਨੂੰ ਕਦੇ ਜਥੇਬੰਦ ਹੋਣ ਹੀ ਨਹੀਂ ਦਿੱਤਾ। ਸਾਡੇ ਵਿਰੁੱਧ ਸਮੁੱਚੇ ਦੇਸ਼ 'ਚ ਕਦੇ ਕੋਈ ਬਗਾਵਤ ਨਹੀਂ ਹੋਈ। ਜੇ ਅੰਗਰੇਜ਼ ਸਾਨੂੰ ਨਾਲ ਲੈ ਕੇ ਚੱਲਦੇ, ਹਜ਼ਾਰਾਂ ਸਾਲ ਰਾਜ ਕਰਦੇ। ਅਸੀਂ ਕਿਸੇ ਹੋਰ ਨੂੰ ਵਿੱਦਿਆ ਲੈਣ ਹੀ ਨਹੀਂ ਦਿੱਤੀ। ਅੰਗਰੇਜ਼ ਤਾਂ ਮੂਰਖ ਨਿਕਲੇ, ਜਿਨ੍ਹਾਂ ਨੇ ਹਰ ਕਿਸੇ ਨੂੰ ਵਿੱਦਿਆ ਦੇ ਕੇ 100 ਸਾਲ 'ਚ ਹੀ ਆਪਣੇ ਵਿਰੋਧੀ ਬਣਾ ਲਿਆ। ਹੁਣ ਅੰਗਰੇਜ਼ਾਂ ਵਿਰੁੱਧ ਅੰਦੋਲਨ ਨਾ ਹੋਣ ਤਾਂ ਹੋਰ ਕੀ ਹੋਵੇ। ਧੰਨਵਾਦ। ਨੈਕਸਟ। ਪਾਦਰੀਆਂ ਦੀ ਨਿਮਰਤਾ ਵਿਸ਼ਵ ਭਰ 'ਚ ਪ੍ਰਸਿੱਧ ਹੈ। ਇੱਕ ਪਾਦਰੀ ਗਰੀਬਾਂ ਵਾਸਤੇ ਮੰਗਣ ਗਿਆ, ਗਰੀਬਾਂ ਵਾਸਤੇ ਪੈਸੇ ਮੰਗਣ ਗਿਆ। ਇੱਕ ਧਨਾੜ ਪਰ ਕੰਜੂਸ ਵਿਅਕਤੀ ਨੇ ਉਹਨੂੰ ਗਾਲਾਂ ਕੱਢੀਆਂ।
ਪਾਦਰੀ ਨੇ ਕਿਹਾ ਇਹ ਤਾਂ ਮੇਰੇ ਲਈ ਹਨ, ਕੁਝ ਗਰੀਬਾਂ ਲਈ ਵੀ ਦਿਓ। ਧੰਨਵਾਦ। ਨੈਕਸਟ, ਇੱਕ ਪ੍ਰਸਿੱਧ ਆਗੂ ਕਿਸੇ ਹਰੀ ਸਿੰਘ ਚਾਵਲਾ ਨਾਂ ਦੇ ਪਤਵੰਤੇ ਦੇ ਭੋਗ ਤੇ ਸ਼ਰਧਾਂਜਲੀ ਭੇਟ ਕਰਦਿਆਂ ਉਹਨੂੰ ਹਰੀ ਸਿੰਘ ਨਲੂਆ ਦੱਸੀ ਜਾ ਰਿਹਾ ਸੀ, ਜਿਸ ਕਾਰਨ ਸੁਣਨ ਵਾਲਿਆਂ 'ਚ ਘੁਸਰ ਮੁਸਰ ਹੋ ਰਹੀ ਸੀ। ਬੋਲਣ ਵਾਲੇ ਨੂੰ ਆਪਣੀ ਉਕਾਈ ਦਾ ਅਹਿਸਾਸ ਹੋ ਰਿਹਾ ਸੀ। ਉਹਨੇ ਮੌਕਾ ਸੰਭਾਲਦਿਆਂ ਵਿਛੜੇ ਵਿਅਕਤੀ ਨੂੰ ਹਰੀ ਸਿੰਘ ਨਲੂਆ ਹੀ ਕਹਿਣਾ ਜਾਰੀ ਰੱਖਿਆ ਤੇ ਕੁਝ ਚਿਰ ਮਗਰੋਂ ਕਹਿਣ ਲੱਗਾ, ਹੁਣ ਮੈਂ ਤੁਹਾਨੂੰ ਹਰੀ ਸਿੰਘ ਚਾਵਲਾ ਤੇ ਹਰੀ ਸਿੰਘ ਨਲੂਆ ਬਣਨ ਦੀ ਗੱਲ ਸੁਣਾਵਾਂ। ਤੁਹਾਡੇ ਲਈ ਉਹ ਹਰੀ ਸਿੰਘ ਚਾਵਲਾ ਸਨ, ਮੇਰੇ ਲਈ ਉਹ ਹਰੀ ਸਿੰਘ ਨਲੂਆ ਸਨ। ਪਿਛਲੀਆਂ ਚੋਣਾਂ ਦੇ ਸਬੰਧ 'ਚ ਮੈਨੂੰ ਅਚਾਨਕ ਪਾਰਟੀ ਪ੍ਰਧਾਨ ਦਾ ਫੋਨ ਆਇਆ ਕਿ ਜੇ ਚੋਣਾਂ 'ਚ ਟਿਕਟ ਚਾਹੀਦੀ ਹੈ ਤਾਂ 2 ਘੰਟੇ 'ਚ ਚੰਡੀਗੜ੍ਹ ਪਹੁੰਚੋ। ਮੈਂ ਚੰਡੀਗੜ੍ਹ ਤੋਂ ਬਹੁਤ ਦੂਰ ਸੀ, ਮੇਰੇ ਲਈ ਤਾਂ 4 ਘੰਟੇ 'ਚ ਵੀ ਚੰਡੀਗੜ੍ਹ ਨਹੀਂ ਸੀ ਪਹੁੰਚਿਆ ਜਾ ਸਕਦਾ। ਉਸ ਵੇਲੇ ਮੇਰੀ ਚੰਗੀ ਕਿਸਮਤ ਕਾਰਨ ਮੈਨੂੰ ਹਰੀ ਸਿੰਘ ਚਾਵਲਾ ਵਿਖਾਈ ਦਿੱਤੇ। ਮੈਂ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਉਹਨਾਂ ਕਿਹਾ, ਹੁਣੇ ਚੱਲਦੇ ਹਾਂ, ਚੰਡੀਗੜ੍ਹ ਕਿਹੜਾ ਜਮਰੌਦ ਦਾ ਕਿਲ੍ਹਾ ਜਿੱਥੇ ਅਪੜਿਆ ਨਹੀਂ ਜਾ ਸਕਦਾ। ਉਹਨਾਂ ਨੇ ਅਜਿਹੀ ਫੁਰਤੀ ਵਿਖਾਈ, ਮੈਨੂੰ ਪੌਣੇ 2 ਘੰਟੇ ਚੰਡੀਗੜ੍ਹ ਪਹੁੰਚਾਤਾ। ਮੈਨੂੰ ਟਿਕਟ ਮਿਲ ਗਈ। ਹਰੀ ਸਿੰਘ ਚਾਵਲਾ ਦੀ ਮਦਦ ਨਾਲ ਮੈਂ ਚੋਣ ਵੀ ਜਿੱਤ ਗਿਆ, ਮੰਤਰੀ ਵੀ ਬਣ ਗਿਆ। ਉਸ ਵੇਲੇ ਮੈਂ ਹਰੀ ਸਿੰਘ ਚਾਵਲਾ ਨੂੰ ਕਿਹਾ ਸੀ ਕਿ ਤੁਸੀਂ ਹੋਰਾਂ ਲਈ ਭਾਵੇਂ ਹਰੀ ਸਿੰਘ ਚਾਵਲਾ ਹੋ, ਪਰ ਮੈਂ ਅੱਗੋਂ ਤੋਂ ਤੁਹਾਨੂੰ ਹਰੀ ਸਿੰਘ ਨਲੂਆ ਹੀ ਕਿਹਾ ਕਰਾਂਗਾ। ਸੋ ਪਿਆਰੇ ਸੱਜਣੋ, ਤੁਸੀਂ ਭਾਵੇਂ ਹਰੀ ਸਿੰਘ ਚਾਵਲਾ ਦੇ ਭੋਗ 'ਚ ਸ਼ਾਮਲ ਹੋਏ ਹੋ, ਪਰ ਮੈਂ ਆਪਣੇ ਅਤ ਪਿਆਰੇ ਹਰੀ ਸਿੰਘ ਨਲੂਏ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ। ਧੰਨਵਾਦ। ਨੈਕਸਟ, ਲਗਭਗ 20 ਸਾਲ ਦੀ ਉਮਰ ਵੱਡੀਆਂ ਮੁਸ਼ਕਿਲਾਂ ਵਾਲੀ ਹੁੰਦੀ ਹੈ, ਕਿਉਂਕਿ ਇਸ ਉਮਰ 'ਚ ਫੈਸਲਾ ਕਰਨਾ ਹੁੰਦਾ ਹੈ, ਖਲੋਤੇ ਰਹਿਣਾ ਹੈ ਕਿ ਚੱਲਦੇ ਰਹਿਣਾ, ਮੂੰਹ ਅੱਗੇ ਵੱਲ ਰੱਖਣਾ ਹੈ ਕਿ ਪਿੱਛੇ ਵੱਲ, ਟੋਏ ਵੇਖਣੇ ਹੈ ਕਿ ਤਾਰੇ ਨਿਹਾਰਨੇ ਹੈ, ਇਕੱਲਿਆਂ ਟੁਰਨਾ ਜਾਂ ਕਿਸੇ ਦੇ ਪਿੱਛੇ ਲੱਗਣਾ, ਨਵੇਂ ਰਾਹ ਉਲੀਕਣੇ ਆ ਜਾਂ ਹੋਰਾਂ ਦੀ ਪੈੜ ਚਾਲ ਅਪਣਾਉਣੀ ਹੈ, ਅੱਖਾਂ ਖੋਲ੍ਹ ਕੇ ਤੁਰਨਾ ਹੈ ਜਾਂ ਮੁੰਦ ਕੇ ਤੁਰਨਾ ਹੈ, ਛਾਤੀ ਤਾਣ ਕੇ ਤੁਰਨਾ ਹੈ ਕਿ ਕੁੱਬੇ ਹੋ ਕੇ ਚੱਲਣਾ ਹੈ, ਪਰੰਪਰਾ ਪਾਲਣੀਆਂ ਜਾਂ ਕੁਝ ਨਵਾਂ ਉਲੀਕਣਾ ਹੈ, ਡੂੰਘਾਣਾ ਮਾਪਣੀਆਂ ਹਨ ਜਾਂ ਸਿਖਰਾਂ ਛੋਹਣੀਆਂ ਹਨ। ਫੈਸਲਾ ਕਰਨਾ ਹੁੰਦਾ ਹੈ ਕਿ ਜ਼ਿੰਦਗੀ ਤੋਂ ਲੈਣਾ ਹੀ ਲੈਣਾ ਹੈ ਜਾਂ ਦਿੰਦੇ ਹੀ ਰਹਿਣਾ ਹੈ। ਇਸ ਉਮਰ 'ਚ ਕੀਤਾ ਫੈਸਲਾ ਦੱਸ ਦੇਗਾ ਕਿ ਤੁਸੀਂ ਜ਼ਿੰਦਗੀ 'ਚ ਇੰਜੀਨੀਅਰ ਬਣਨਾ ਹੈ ਕਿ ਲੋਹਾਰ, ਵਕੀਲ ਬਣਨਾ ਹੈ ਕਿ ਮੁਨਸ਼ੀ, ਡਾਕਟਰ ਬਣਨਾ ਹੈ ਜਾਂ ਕੰਪਾਊਂਡਰ ਸਾਹਿਬ ਬਣਨਾ ਹੈ ਜਾਂ ਕਲਰਕ, ਪਾਰਸ ਬਣਨਾ ਹੈ ਜਾਂ ਲੋਹਾ। ਧੰਨਵਾਦ। ਨੈਕਸਟ, ਇੱਕ ਵਾਰ ਇੱਕ ਪਰਿਵਾਰ ਆਪਣੀ ਧੀ ਵਾਸਤੇ ਲੜਕਾ ਵੇਖਣ ਲਈ ਇੱਕ ਹੋਰ ਪਰਿਵਾਰ 'ਚ ਗਿਆ, ਜਿੱਥੇ ਲੜਕੇ ਦੀ ਵਿਧਵਾ ਮਾਂ ਆਪਣੇ ਬਾਰੇ ਦੱਸ ਰਹੀ ਸੀ। ਮੈਂ 3 ਪਰਿਵਾਰ ਪਾਲੇ ਹਨ। ਪਹਿਲਾਂ 45 ਸਾਲ ਦੀ ਉਮਰ 'ਚ ਮੇਰੇ ਜੇਠ ਦੀ ਮੌਤ ਹੋ ਗਈ। ਉਹਦੀ ਪਤਨੀ ਨੂੰ ਸੰਭਾਲਿਆ, ਉਹਦੇ 2 ਬੱਚੇ ਪਾਲੇ। ਫਿਰ ਜਦੋਂ ਮੇਰਾ ਪਤੀ 44 ਦਾ ਹੋਇਆ ਸੀ, ਮੈਂ ਵਿਧਵਾ ਹੋ ਗਈ। ਮੈਂ ਆਪਣੇ 3 ਬੱਚੇ ਪਾਲ ਪੋਸ ਕੇ ਵੱਡੇ ਕੀਤੇ। 3 ਸਾਲ ਪਹਿਲਾਂ ਮੇਰਾ ਦੇਵਰ ਅਜੇ 46 ਸਾਲ ਦਾ ਨਹੀਂ ਸੀ ਹੋਇਆ ਕਿ ਉਹ ਚੱਲ ਵਸਿਆ। ਉਹਦੇ 3 ਬੱਚੇ ਪਾਲ ਰਹੀਆਂ। ਲੜਕੀ ਦੀਆਂ ਰਿਸ਼ਤੇਦਾਰ ਇਸਤਰੀਆਂ ਘਰ-ਬਾਰ ਜਾਇਦਾਦ ਤੋਂ ਪ੍ਰਭਾਵਿਤ ਹੋ ਕੇ ਨਾਲ ਗਏ ਪੁਰਸ਼ਾਂ ਨੂੰ ਕਹਿ ਰਹੀਆਂ ਸਨ, ਸਭ ਕੁਝ ਚੰਗਾ ਤੇ ਠੀਕ ਹੈ, ਸਾਨੂੰ ਲੜਕਾ ਪ੍ਰਵਾਨ ਕਰਨ ਦੀ ਹਾਮੀ ਭਰ ਦੇਣੀ ਚਾਹੀਦੀ ਹੈ। ਉਹ ਪੁਰਸ਼ ਕਹਿ ਰਿਹਾ ਸੀ, ਘਰ ਜਾ ਕੇ ਵਿਚਾਰ ਕਰਾਂਗੇ, ਫਿਰ ਜੋ ਫੈਸਲਾ ਹੋਇਆ ਦੱਸਾਂਗੇ। ਇਸਤਰੀਆਂ ਹਾਂ ਕਹਿਣ ਲਈ ਕਾਹਲੀਆਂ ਪਈਆਂ ਸਨ, ਪਰ ਪੁਰਸ਼ ਕਹਿ ਰਿਹਾ ਸੀ, ਜੀ ਹਾਂ ਕਹਿਣੀ ਹੈ ਤਾਂ ਵੀ ਪਹਿਲਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। ਘਰ ਪਹੁੰਚ ਕੇ ਵੀ ਇਸਤਰੀਆਂ ਦਾ ਮਤ ਸੀ ਕਿ ਉੱਥੇ ਹੀ ਹਾਂ ਕਹਿ ਦੇਣੀ ਚਾਹੀਦੀ ਹੈ। ਉਸ ਪੁਰਸ਼ ਨੇ ਕਿਹਾ, ਤੁਸੀਂ ਧਿਆਨ ਨਹੀਂ ਦਿੱਤਾ। ਉਸ ਪਰਿਵਾਰ 'ਚ ਕੋਈ ਸਮੱਸਿਆ ਹੈ ਜਿਸ ਕਾਰਨ ਪੁਰਸ਼ 44-45 ਸਾਲ ਦੀ ਉਮਰ 'ਚ ਮਰ ਜਾਂਦੇ ਹਨ। ਸਾਡੀ ਧੀ 30 ਸਾਲਾਂ ਦੀ ਹੋਈ ਪਈ ਹੈ। ਜੇ 15-16 ਸਾਲਾਂ 'ਚ ਇਹਦਾ ਵਿਧਵਾ ਹੋਣਾ ਪ੍ਰਵਾਨ ਹੈ ਤਾਂ ਹਾਂ ਕਰ ਦਿਓ। ਧੰਨਵਾਦ। ਨੈਕਸਟ, ਇੱਕ ਬੁਲਾਰੇ ਨੇ ਕੱਟੜ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੱਕ ਧਾਰਮਿਕ ਪਤਵੰਤੇ ਨੂੰ ਮਹਾਨ ਮਨੁੱਖ ਕਿਹਾ। ਸ਼ਰਧਾਲੂ ਇਤਰਾਜ਼ ਕਰਨ ਲੱਗ ਪਏ ਕਿ ਪੈਗੰਬਰ ਕਿਉਂ ਨਹੀਂ ਕਿਹਾ, ਮਨੁੱਖ ਕਹਿ ਕੇ ਅਪਮਾਨ ਕੀਤਾ ਹੈ। ਬੁਲਾਰਾ ਉਹਨਾਂ ਦੀ ਸੂਝ-ਬੂਝ ਦੀ ਪੱਧਰ ਨੂੰ ਸਮਝ ਗਿਆ ਤੇ ਸਥਿਤੀ ਨੂੰ ਵਿਗੜਨ ਤੋਂ ਰੋਕਦਾ ਹੋਇਆ ਕਹਿਣ ਲੱਗਾ, ਮੈਂ ਉਹਨਾਂ ਨੂੰ ਮਹਾਨ ਮਨੁੱਖ ਇਸ ਲਈ ਕਿਹਾ ਹੈ ਕਿਉਂਕਿ ਅਜੇ ਸਾਡੇ ਵਿੱਚ ਮਨੁੱਖਾਂ ਵਾਲੇ ਗੁਣ ਨਹੀਂ ਆਏ। ਸੋ ਉਹਨਾਂ ਦਾ ਮਹਾਨ ਮਨੁੱਖ ਹੋਣਾ ਸਾਡੇ ਲਈ ਪੈਗੰਬਰ ਹੋਣ ਬਰਾਬਰ ਹੈ। ਜਦੋਂ ਅਸੀਂ ਸਾਰੇ ਚੰਗੇ ਮਨੁੱਖ ਬਣ ਜਾਵਾਂਗੇ ਤਾਂ ਮੈਂ ਉਹਨਾਂ ਨੂੰ ਪੈਗੰਬਰ ਹੀ ਕਿਹਾ ਕਰਾਂਗਾ। ਧੰਨਵਾਦ। ਨੈਕਸਟ, ਪਛੜੇ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਸਮਾਧ ਸੀ ਜਿਸ ਬਾਰੇ ਮਨੌਤ ਸੀ ਕਿ ਜਿਹੜਾ ਲਗਾਤਾਰ 7 ਐਤਵਾਰ ਸਭ ਤੋਂ ਪਹਿਲਾਂ ਸਮਾਧ ਉੱਤੇ ਤਾਜ਼ੇ ਗੋਬਰ ਦਾ ਲੇਪ ਕਰੇਗਾ, ਉਹਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਲੋਕ ਮੁਰਾਦਾਂ ਕਰਨ ਲੱਗ ਪਏ ਸਨ। ਜਿਨ੍ਹਾਂ ਦਾ ਵਿਆਹ ਨਹੀਂ ਸੀ ਹੁੰਦਾ ਉਹ ਵਿਆਹ ਲਈ, ਜਿਨ੍ਹਾਂ ਦੇ ਪਤੀ ਵਸ ਨਹੀਂ ਸਨ ਉਹ ਪਤੀ ਵਸ ਕਰਨ ਲਈ, ਜਿਨ੍ਹਾਂ ਦੀ ਔਲਾਦ ਨਹੀਂ ਸੀ ਔਲਾਦ ਲਈ ਇੱਛਾ ਕਰਨ ਲੱਗ ਪਏ।
ਐਤਵਾਰ ਵਾਲੇ ਦਿਨ ਸਮਾਧ ਤੇ ਮੇਲੇ ਵਰਗੀ ਰੌਣਕ ਹੋਣ ਲੱਗ ਪਈ ਸੀ। ਲੋਕਾਂ ਨੂੰ ਕੁਝ ਮਹੱਤਵਪੂਰਨ ਕਰਨ ਦਾ ਆਹਰ ਮਿਲ ਗਿਆ ਸੀ। ਕਿਸੇ ਦੇ 7 ਐਤਵਾਰ ਪੂਰੇ ਨਹੀਂ ਸੀ ਹੁੰਦੇ, ਕੋਈ ਨਾ ਕੋਈ ਵਿਘਨ ਪੈ ਹੀ ਜਾਂਦਾ ਸੀ। ਕਿਸੇ ਦੇ 6 ਐਤਵਾਰ ਹੋ ਗਏ ਸੀ। 7ਵੇਂ ਲਈ ਪਹੁੰਚ ਕੇ ਵੇਖਿਆ ਸਮਾਧ ਤੇ ਪਹਿਲਾਂ ਹੀ ਲੇਪ ਹੋਇਆ ਪਿਆ ਸੀ। ਕਹਿੰਦੇ ਹਨ ਕੋਈ ਬਲਦਾਂ ਦੀ ਜੋੜੀ ਲੈ ਕੇ ਸਮਾਧ ਕੋਲੋਂ ਲੰਘ ਰਿਹਾ ਸੀ। ਬਲਦਾਂ ਨੇ ਗੋਬਰ ਦਾ ਢੇਰ ਲਾ ਦਿੱਤਾ। ਮਾਲਕ ਨੇ ਸੋਚਿਆ ਪਹਿਲਾ ਐਤਵਾਰ ਹੈ, ਲੇਪ ਕਰ ਦਈਏ, ਉਹਦਾ ਤਾਂ ਪਹਿਲਾ ਐਤਵਾਰ ਹੋ ਗਿਆ। ਪਰ ਉਹ ਕਿਸੇ ਹੋਰ ਦੇ 6 ਐਤਵਾਰ ਮੇਟ ਗਿਆ ਸੀ। ਪਹਿਲਾਂ ਵੀ ਹਟਿਆ ਨਹੀਂ ਲੇਪ ਕਰਨਾ ਨਵੇਂ ਸਿਰਿਓਂ ਆਰੰਭ ਕਰਤਾ। ਸ਼ਰਧਾਲੂਆਂ ਨੇ ਸਮਾਧ ਤੇ ਕਮਰੇ ਬਣਵਾ ਦਿੱਤੇ। ਸਰੋਵਰ ਵੀ ਬਣ ਗਿਆ। ਸਰੋਵਰ 'ਚ ਨਹਾਉਣ ਬਾਰੇ ਨਵੀਂ ਮਨੌਤ ਚੱਲ ਪਈ। ਕਈ ਲੋਕ ਐਤਵਾਰ ਪਹਿਲੇ ਨਹਾਉਣ ਵਾਸਤੇ ਸ਼ਨੀਵਾਰ ਦੀ ਰਾਤ ਨੂੰ ਹੀ ਸਰੋਵਰ 'ਚ ਵੜ ਜਾਂਦੇ ਸਨ। ਮੁਰਾਦ ਪੂਰੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ, ਕਿਸੇ ਨੂੰ ਪਰਵਾਹ ਨਹੀਂ ਸੀ। ਪਰਵਾਹ 7 ਵਾਰੀਆਂ ਪੂਰੀ ਕਰਨ ਦੀ ਸੀ। ਕਈਆਂ ਦੀ ਤੀਜੀ ਚੌਥੀ ਵਾਰੀ ਵਿੱਚ ਹੀ ਮੁਰਾਦ ਪੂਰੀ ਹੋ ਜਾਣ ਲੱਗ ਪਈ ਤੇ ਉਹ ਬੈਂਡ ਬਾਜੇ ਨਾਲ ਸ਼ੁਕਰਾਨਾ ਕਰਨ ਆਉਣ ਲੱਗ ਪਏ। ਹੋਰਾਂ ਦਾ ਉਤਸ਼ਾਹ ਵਧਾਉਣ ਲੱਗ ਪਏ। ਇੱਕ ਨਵਾਂ ਧਾਰਮਿਕ ਸਥਾਨ ਉਸਰ ਰਿਹਾ ਸੀ। ਬਹੁਤੇ ਪੁਰਾਣੇ ਧਾਰਮਿਕ ਸਥਾਨ ਇਵੇਂ ਹੀ ਉਸਰੇ ਹੋਏ ਹਨ। ਨੈਕਸਟ, ਧਾਰਮਿਕ ਸੋਚ ਵਾਲੇ ਪੁਰਾਣੇ ਜ਼ਮਾਨੇ ਦੇ ਲੋਕ ਹੋਰ ਤਰ੍ਹਾਂ ਸੋਚਦੇ ਸਨ। ਲੁੱਟੇ ਜਾਣ ਉਪਰੰਤ ਇੱਕ ਵਿਅਕਤੀ ਕਹਿ ਰਿਹਾ ਸੀ, ਵਾਹਿਗੁਰੂ ਦਾ ਸ਼ੁਕਰ ਹੈ ਮੈਨੂੰ ਪਹਿਲਾਂ ਕਿਸੇ ਨੇ ਕਦੇ ਲੁੱਟਿਆ ਨਹੀਂ, ਪਹਿਲੀ ਵਾਰ ਲੁੱਟਿਆ ਗਿਆ। ਸ਼ੁਕਰ ਹੈ ਲੁਟੇਰੇ ਮੇਰਾ ਬਟੂਆ ਹੀ ਲੈ ਕੇ ਗਏ ਹਨ, ਮੇਰੀ ਜਾਨ ਵੀ ਲਿਜਾ ਸਕਦੇ ਸਨ, ਵਾਹਿਗੁਰੂ ਨੇ ਹੱਥ ਦੇ ਕੇ ਬਚਾਇਆ। ਲੁਟੇਰੇ ਸਮਝਦੇ ਹੋਣਗੇ ਕਿ ਉਹ ਬਹੁਤ ਕੁਝ ਲੈ ਗਏ ਹਨ, ਪਰ ਵਾਹਿਗੁਰੂ ਦੀ ਸਮੁੱਚੀ ਬਖਸ਼ਿਸ਼ ਵਿੱਚੋਂ ਕੁਝ ਵੀ ਨਹੀਂ ਲੈ ਕੇ ਗਏ। ਸਭ ਤੋਂ ਵੱਡੀ ਤਸੱਲੀ ਮੈਨੂੰ ਇਸ ਗੱਲ ਦੀ ਹੈ ਕਿ ਉਹਨਾਂ ਨੇ ਮੈਨੂੰ ਲੁੱਟਿਆ, ਮੈਂ ਉਹਨਾਂ ਨੂੰ ਨਹੀਂ ਲੁੱਟਿਆ। ਉਹ ਜੋਕਾ ਜ਼ਮਾਨਾ ਤਾਂ ਹੈ ਹੀ ਭਾਂਤ ਦੇ ਲੁਟੇਰਿਆਂ ਦਾ। ਹਰ ਕੋਈ ਹਰ ਕਿਸੇ ਨੂੰ ਹਰ ਢੰਗ ਨਾਲ ਹਰ ਪੱਖੋਂ ਖੂਬ ਲੁੱਟ ਰਿਹਾ ਹੈ। ਧੰਨਵਾਦ।